पग पंकज बंदन सिमरो अंगद दोख निकंदन। अमरदास गुर हृदय ध्यावो हृदय ध्यावो। श्री गुरु रामदास गुण गावो। श्री अर्जन बिघ्नन के नासक बिघ्नन के नासक। श्री हरगोबिंद शोभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। गुरु तेग बहादुर परम कृपाला परम कृपाला। श्री गुरु गोबिंद सिंह बिसाला। धरो धरा पर पुन पुन शीसा पुन पुन शीसा। बंदों बार बार जगदीशा। जिसमें अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु तेह प्रसाद सच होए। वाहेगुरु जी की फतेह। बिघ्न विनाशन सोए। दोहरा रहे कितक दिन गुरु टेग। बिरद साहिब बड़ तीर। बिरद अवस्था परम पी। निर्बल भयो शरीर। रहे कितक दिन गुरु टेग। सच्चे पातशाह गरीब नवाज दीन दुनिया दे मालक चवर छतर तख्त दे मालक समरथ गुरु प्रतख गुरु दीन दयाल कृपाल अंतरजामी पूਰਨ पर ब्रह्म परमेश्वर वाहिगुरु अकाल पुरख जी का सरगुण स्वरूप दासां गरीबां सिखां सेवकां साडे सारियां दी इज्जत रखण वाले पत रखण वाले दया करन वाले रहमतां करन वाले बख्शिशां करन वाले धन धन सतगुरु जी गरीब नवाज जी सतगुरु धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज। बड़े ही प्यार दे नाल सारियां संगतां दोवें हथ जोड़ के
ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਗੁਰੂ ਜੀ ਦਾ ਰੂਪ ਗੁਰੂ ਖਾਲਸਾ ਸੰਗਤ ਜੀ, ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹੋ, ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ। ਲੜੀਵਾਰ ਕਥਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਹੈ। ਆਓ ਕੁਝ ਸਮਾਂ ਲੜੀਵਾਰ ਕਥਾ ਦੇ ਨਾਲ ਆਪਣੀਆਂ ਸੁਰਤੀਆਂ ਜੋੜੀਏ। ਦੋਵੇਂ ਹੱਥ ਜੋੜ ਕੇ ਪਿਆਰ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਸ੍ਰੀ ਹਰਗੋਬਿੰਦਪੁਰ ਜੀ ਦੀ ਧਰਤੀ ਦੇ ਉੱਤੇ ਸੁਭਾਏਮਾਨ ਹਨ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਹਜ਼ੂਰ ਪਹੁੰਚਦੀਆਂ ਹਨ। ਆਪ ਜੀ ਨੇ ਕਥਾ ਸਰਵਣ ਕੀਤੀ ਹੈ। ਬਾਬਾ ਬੁੱਢਾ ਜੀ ਵੀ ਗੁਰੂ ਜੀ ਦੀ ਹਾਜ਼ਰੀ ਵਿੱਚ ਪਹੁੰਚੇ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਜੀ ਤੁਸੀਂ ਵੱਡੇ ਗੁਰੂਆਂ ਦੇ ਨਾਲ ਰਹੇ ਹੋ, ਸਾਨੂੰ ਵੱਡੇ ਸਤਿਗੁਰਾਂ ਦੀ ਕਥਾ ਸੁਣਾਓ। ਸੋ ਬਾਬਾ ਬੁੱਢਾ ਜੀ ਨੇ ਉਹ ਮਹਾਨ ਪਵਿੱਤਰ ਕਥਾ ਜੋ ਉਹਨਾਂ ਦੇ ਹਿਰਦੇ ਵਿੱਚ ਉਪਜੀ, ਉਹ ਉਹਨਾਂ ਨੇ ਕਥਾ ਕੀਤੀ ਸੀ। ਕਥਾ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਸੁਰਤ ਹੈ ਨਾ ਜੀ, ਸਾਧ ਸੰਗਤ ਜੀ, ਉਹ ਨੇਤਰ ਬੰਦ ਹੋ ਗਏ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੁਝ ਸਮਾਂ ਨੇਤਰ ਬੰਦ ਕਰਕੇ ਬੈਠੇ ਰਹੇ ਜੀ। ਉਹਦੇ ਤੋਂ ਬਾਅਦ ਇੱਕਦਮ ਹੀ ਸੱਚੇ ਪਾਤਸ਼ਾਹ ਜੀ ਨੇ ਨੇਤਰ ਖੋਲ੍ਹੇ ਤੇ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਜੀ ਵਾਹ ਵਾਹ ਵਾਹ, ਕਮਾਲ ਕੀਤੀ ਬਾਬਾ ਜੀ, ਐਸੀ ਸਿਫਤ ਤੁਹਾਡੇ ਮੁਖ ਤੋਂ ਹੀ ਸੋਹਣੀ ਲੱਗਦੀ ਹੈ। ਬਾਬਾ ਜੀ ਨੂੰ ਮਹਾਰਾਜ ਨੇ ਧੰਨ ਧੰਨ ਕਿਹਾ। ਬਹੁਤ ਵੱਡੀ ਸਿਫਤ ਹੋਈ। ਇੱਥੋਂ ਤੱਕ ਕਥਾ ਆਪਾਂ ਹੁਣ ਸਰਵਣ ਕੀਤੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਦੋਹਰਾ ਰਹੇ ਕਿਤਕ ਦਿਨ ਗੁਰੂ ਢਿਗ। ਧੰਨ ਬਾਬਾ ਬੁੱਢਾ ਸਾਹਿਬ ਜੀ ਕੁਝ ਦਿਨ ਫਿਰ ਗੁਰੂ ਸਾਹਿਬ ਜੀ ਦੇ ਕੋਲ ਹੀ ਰਹੇ ਜੀ। ਹਾਂਜੀ। ਬਿਰਦ ਸਾਹਿਬ ਵੱਡ ਧੀਰ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਬਹੁਤ ਵੱਡੇ ਧੀਰਜਵਾਨ ਹਨ, ਬਹੁਤ ਵੱਡੇ ਹੌਸਲੇ ਵਾਲੇ ਹਨ। ਹਾਂਜੀ। ਬਿਰਦ ਅਵਸਥਾ ਪਰਮ ਭੀ। ਭਾਵੇਂ ਬਾਬਾ ਜੀ ਦੀ ਅਵਸਥਾ ਬਹੁਤੀ ਹੋ ਚੁੱਕੀ ਹੈ, ਉਮਰ ਵੱਡੀ ਹੋ ਚੁੱਕੀ ਹੈ। ਹਾਂਜੀ। ਨਿਰਬਲ ਭਇਓ ਸਰੀਰ। ਉਮਰ ਵੱਡੀ ਹੋਣ ਕਰਕੇ ਬਾਬਾ ਜੀ ਦਾ ਜਿਹੜਾ ਸਰੀਰ ਹੈ, ਵੱਡੀ ਉਮਰ ਹੋਣ ਕਰਕੇ ਸਰੀਰ ਵਿੱਚ ਵੀ ਫਿਰ ਕਮਜ਼ੋਰੀ ਆਉਂਦੀ ਹੈ ਜੀ। ਇਹ ਤਾਂ ਜਵਾਨ ਬੰਦੇ ਦੇ ਤੇ ਬਜ਼ੁਰਗ ਬੰਦੇ ਦੇ ਸਰੀਰ ਵਿੱਚ ਫਰਕ ਹੁੰਦਾ। ਪਰ ਮੈਂ ਬਾਣੀ ਦਾ ਇੱਕ ਫੈਸਲਾ ਆਪ ਜੀ ਨੂੰ ਦੱਸ ਦਿਆਂ, ਗੁਰਮੁਖ ਬੁੱਢੇ ਕਦੇ ਨਾ ਹੈ ਜਿਨ੍ਹਾਂ ਅੰਤਰ ਸੁਰਤ ਗਿਆਨ। ਸਰੀਰ ਬਜ਼ੁਰਗ ਹੋ ਸਕਦਾ ਪਰ ਗੁਰਮੁਖਾਂ ਦੀ ਅਵਸਥਾ ਬਜ਼ੁਰਗ ਨਹੀਂ ਹੁੰਦੀ। ਅਵਸਥਾ ਕਰਕੇ ਉਹ ਜਵਾਨ ਰਹਿੰਦੇ ਆ ਜੀ। ਸੋ ਬਾਬਾ ਜੀ ਦੀ ਉਮਰ ਵੱਡੀ ਹੋ ਗਈ ਹੈ ਕਾਫੀ, ਸਰੀਰ ਜਿਹੜਾ ਸਰੀਰ ਤੇ ਬਹੁਤ ਬਜ਼ੁਰਗੀ ਆ ਗਈ ਹੈ। ਹਾਂਜੀ। ਚੌਪਈ ਚਾਹਿਓ ਚਲਣ ਚਿਤ ਆਪਨ ਸਥਾਨੀ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕੁਝ ਦਿਨ ਰਹਿ ਕੇ ਬਾਬਾ ਜੀ ਨੇ ਆਨੰਦ ਮਾਣਿਆ। ਫਿਰ ਬਾਬਾ ਜੀ ਨੇ ਆਪਣੇ ਪਿੰਡ ਰਮਦਾਸ ਜਾਣ ਦਾ ਫੁਰਨਾ ਬਣਾਇਆ ਜੀ। ਹਾਂਜੀ। ਤਜਨ ਸਰੀਰ ਦਸ਼ਾ ਨਿਹਰਾਨੀ। ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਸਾਧ ਸੰਗਤ ਜੀ ਪਹਿਲਾਂ ਪਤਾ ਲੱਗ ਜਾਂਦਾ ਹੈ। ਬਾਬਾ ਜੀ ਹੁਣ ਆਪਣਾ ਸਰੀਰ ਜਿਹੜਾ ਉਹ ਤਿਆਗਣਾ ਚਾਹੁੰਦੇ ਆ।
ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਪਤਾ ਲੱਗ ਗਿਆ ਹੈ ਸਾਡੇ ਸਰੀਰ ਤਿਆਗਣ ਦਾ ਸਮਾਂ ਹੁਣ ਨੇੜੇ ਹੀ ਆ ਗਿਆ ਹੈ। ਹਾਂਜੀ, ਸ਼੍ਰੀ ਨਾਨਕ ਗੁਰ ਤੇ ਸਿੱਖ ਹੋਇਓ। ਧੰਨ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖ ਬਣੇ ਸਾਧ ਸੰਗਤ ਜੀ। ਹਾਂਜੀ, ਖਸ਼ਟਮ ਹਰ ਗੋਬਿੰਦ ਗੁਰ ਜੋਇਓ। ਤੇ ਹੁਣ 6 ਗੁਰੂਆਂ ਦਾ ਸਮਾਂ ਆ ਗਿਆ ਜੀ। ਹਾਂਜੀ, ਮਤਲਬ 6 ਗੁਰੂਆਂ ਦੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਨੇਤਰਾਂ ਨਾਲ ਪ੍ਰਤੱਖ ਦਰਸ਼ਨ ਦੀਦਾਰੇ ਕੀਤੇ ਜੀ। ਹਾਂਜੀ, ਖਸ਼ਟ ਗੁਰਨ ਕੇ ਚਲਤ ਨਿਹਾਰੇ। 6 ਗੁਰੂ ਸਾਹਿਬਾਨ ਦੇ ਚਲਿਤ ਬਾਬਾ ਜੀ ਨੇ ਕੌਤਕ ਜਿਹੜੇ ਆਪਣੀਆਂ ਅੱਖਾਂ ਨਾਲ ਵੇਖੇ ਜੀ। ਹਾਂਜੀ, ਰਹਿਓ ਸਮੀਪੀ ਗਿਆਨ ਉਦਾਰੇ। ਫਿਰ ਬਾਬਾ ਜੀ 6 ਗੁਰੂ ਸਾਹਿਬਾਨ ਦੇ ਕੋਲ ਵੀ ਰਹੇ ਜੀ। ਗਿਆਨ ਵਾਲੀ ਅਵਸਥਾ ਪ੍ਰਾਪਤ ਕੀਤੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ। ਤੁਸੀਂ ਅੰਦਾਜ਼ਾ ਲਾਓ, ਜਿਨ੍ਹਾਂ ਸਤਿਗੁਰਾਂ ਦੇ ਇੱਕ ਖਿੰਨ ਬੰਦਾ ਦਰਸ਼ਨ ਕਰ ਲੇ ਤੇ ਜੀਵਨ ਮੁਕਤ ਹੋ ਜਾਂਦਾ ਜੀ। ਹਾਂਜੀ, ਉਹ ਗੁਰੂ ਸਾਹਿਬਾਨ ਇੱਕ ਨਹੀਂ, ਫਿਰ 6 ਗੁਰੂਆਂ ਦੇ ਦਰਸ਼ਨ, ਤੇ ਦਰਸ਼ਨ ਵੀ ਖੁੱਲੇ ਕੀਤੇ ਜੀ। ਹਾਂਜੀ, ਜਿਸ ਕੇ ਕਰਤੇ ਨਿਕਸੈ ਟੀਕਾ। ਹੋਰ ਵੱਡੀ ਵਡਿਆਈ ਮਿਲੀ ਜੀ। ਜਦੋਂ ਕਿਸੇ ਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬੈਠਣਾ ਤੇ ਸਭ ਤੋਂ ਪਹਿਲਾਂ ਜਿਹੜਾ ਗੁਰਤਾ ਗੱਦੀ ਦਾ ਤਿਲਕ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਲਾਉਣਾ ਜੀ। ਹਾਂਜੀ, ਸੋ ਗੁਰ ਬਨੈ ਸਬਨ ਸੋ ਟੀਕਾ। ਜਿਹਨੂੰ ਬਾਬਾ ਬੁੱਢਾ ਸਾਹਿਬ ਟਿੱਕਾ ਲਾ ਦਿੰਦੇ ਸੀਗੇ ਉਹਨੂੰ ਹੀ ਗੁਰੂ ਮੰਨਿਆ ਜਾਂਦਾ ਸੀਗਾ ਜੀ। ਮਤਲਬ ਬੜੀ ਵੱਡੀ ਗੱਲ ਹੈ, ਜਿਹਦੇ ਅੱਗੇ ਬਾਬਾ ਜੀ ਨੇ ਮੱਥਾ ਟੇਕਤਾ ਸਾਰੀ ਸੰਗਤ ਉਹਦੇ ਅੱਗੇ ਮੱਥਾ ਟੇਕਦੀ ਸੀਗੀ ਜੀ। ਸੰਗਤ ਨੂੰ ਸਿੱਖਾਂ ਵਿੱਚੋਂ ਜੇ ਸਭ ਤੋਂ ਵੱਧ ਕਿਸੇ ਤੇ ਭਰੋਸਾ ਸੀ ਉਹ ਬਾਬਾ ਬੁੱਢਾ ਜੀ ਤੇ ਸੀ, ਨਹੀਂ ਹੁਣ ਵੀ ਹੈ ਜੀ। ਕਿਉਂ? ਸੰਗਤ ਨੂੰ ਪਤਾ ਸਾਰੇ ਗਲਤ ਹੋ ਸਕਦੇ ਆ ਪਰ ਬਾਬਾ ਬੁੱਢਾ ਜੀ ਗਲਤ ਨਹੀਂ ਹੋ ਸਕਦੇ ਜੀ। ਬਾਬਾ ਜੀ ਕਦੀ ਕਿਸੇ ਗਲਤ ਬੰਦੇ ਨੂੰ ਗੁਰਤਾ ਗੱਦੀ ਤੇ ਨਹੀਂ ਬਿਠਾ ਸਕਦੇ ਜੀ। ਹਾਂਜੀ, ਗੁਰ ਘਰ ਮਹਿ ਜਿਸ ਕੇ ਸਮ ਆਨਨ। ਹੋਰ ਸੁਣੋ, ਭਾਈ ਸੰਤੋਖ ਸਿੰਘ ਜੀ ਲਿਖਦੇ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਵਰਗਾ ਹੋਰ ਦੂਜਾ ਹੈ ਹੀ ਕੋਈ ਨਹੀਂ ਜੀ। ਸਾਰੀ ਸੰਗਤ ਗੱਜ ਕੇ ਕਹਿ ਦਿਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਹਾਂਜੀ, ਫੁਰਹਿ ਬਾਕ ਜਿਮ ਨਿਕਸੈ ਆਨਨ। ਫਿਰ ਜੋ ਬਾਬਾ ਜੀ ਮੁਖੋਂ ਕਹਿੰਦੇ ਸੀ ਨਾ ਜੀ ਉਹ ਤਤਕਾਲ ਪੂਰਾ ਹੁੰਦਾ ਸੀਗਾ ਜੀ। ਬਾਬਾ ਜੀ ਦੇ ਵਿੱਚ ਬਹੁਤੀ ਵੱਡੀ ਵਡਿਆਈ, ਬਹੁਤੀ ਵੱਡੀ ਵਡਿਆਈ, ਜੈਸਾ ਜਸ ਗੁਰੂ ਸਾਹਿਬਾਨ ਦਾ ਨਾ ਪਿਆਰਿਓ ਉਹੋ ਜਿਹਾ ਹੀ ਜਸ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਹੈ ਜੀ। ਜੇ ਕਿਸੇ ਨੇ ਕਹਿਤਾ ਧੰਨ ਗੁਰੂ ਨਾਨਕ ਤੇ ਦੂਸਰੇ ਬੰਨੇ ਕਹਿਤਾ ਧੰਨ ਬਾਬਾ ਬੁੱਢਾ ਸਾਹਿਬ, ਇੱਕੋ ਹੀ ਗੱਲ ਹੈ ਜੀ, ਇੱਕੋ ਹੀ ਗੱਲ ਹੈ। ਚੇਤਾ ਰੱਖਿਓ, ਪਾਣੀ ਦੀ ਵਿਆਖਿਆ ਉਹੀ ਹੈ। ਜਿਹੜਾ ਸਮੁੰਦਰ 'ਚ ਪਾਣੀ ਹੈ ਉਹਦੀ ਵਿਆਖਿਆ ਵੀ ਉਹੀ ਹੈ, ਜਿਹੜਾ ਘੜੇ 'ਚ ਪਾਣੀ ਹੈ ਉਹਦੀ ਵਿਆਖਿਆ ਵੀ ਉਹੀ ਹੈ ਜੀ। H2O ਉਹ ਵੀ H2O, ਉਹ ਵੀ H2O। ਪਰ ਵੇਖਣ ਨੂੰ ਆਪਾਂ ਦੋ ਕਹਿ ਸਕਦੇ ਹਾਂ ਕਿ ਆਹ ਸਮੁੰਦਰ ਦਾ, ਆਹ ਘੜੇ ਦਾ, ਪਰ ਹੈ ਇੱਕੋ ਹੀ ਹੈ ਜੀ। ਹੁਣ ਇੱਕ ਗੱਲ ਹੋਰ ਸੁਣਿਓ ਧਿਆਨ ਨਾਲ, ਕਿਰਨ ਜਿਹੜੀ ਹੈ ਉਹ ਸੂਰਜ ਵਿੱਚੋਂ ਨਿਕਲਦੀ ਹੈ। ਜਿਹੜੀ ਕਿਰਨ ਹੈ ਇਹ ਸੂਰਜ ਵਿੱਚੋਂ ਨਿਕਲਦੀ ਹੈ। ਬੂੰਦ ਸਾਗਰ ਵਿੱਚੋਂ ਨਿਕਲਦੀ ਹੈ, ਪਰ ਬੂੰਦ ਦਾ ਫਾਰਮੂਲਾ ਵੀ ਉਹ ਤੇ ਸਮੁੰਦਰ ਦੇ ਪਾਣੀ ਦਾ ਫਾਰਮੂਲਾ ਵੀ ਉਹ ਹੈ, ਇੱਕ ਹੀ ਹੈ। ਬਸ ਇਹ ਆ ਵੀ ਵਿਖਦੇ ਦੋ ਨੇ ਜੀ। ਕਿਰਨ ਤੇ ਸੂਰਜ ਹੈ ਇੱਕ ਹੀ ਹੈ, ਵਿਖਦੇ ਦੋ ਨੇ ਜੀ। ਬਾਬਾ ਬੁੱਢਾ ਸਾਹਿਬ ਤੇ ਗੁਰੂ ਨਾਨਕ ਸਾਹਿਬ ਹੈ ਇੱਕ ਹੀ ਨੇ ਪਰ ਵਿਖਦੇ ਦੋ ਨੇ ਜੀ। ਮਹਾਰਾਜ ਬਾਣੀ ਵਿੱਚ ਲਿਖਦੇ ਆ, ਆਪੇ ਗੁਰ ਚੇਲਾ ਹੈ, ਆਪੇ ਗੁਰੂ ਵੀ ਆਪ ਹੈ ਤੇ ਚੇਲਾ ਵੀ ਆਪ ਹੈ। ਪਰ ਚੇਤਾ ਰੱਖਿਓ ਸਾਰੇ ਸਿੱਖ ਚੇਲੇ ਆਪਣੇ ਆਪ ਨੂੰ ਗੁਰੂ ਨਾ ਸਮਝ ਲੈਣ।
ਉਹ ਪਰਮ ਅਵਸਥਾ ਵਾਲੇ ਹੈ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ, ਸੰਗਤ ਜੀ, ਬਾਬਾ ਬੁੱਢਾ ਸਾਹਿਬ ਵਰਗਾ ਦੂਜਾ ਸਿੱਖ ਹੈ ਹੀ ਹੋਰ ਕੋਈ ਨਹੀਂ ਜੀ। ਜੋ ਮੁੱਖੋਂ ਬਾਬਾ ਜੀ ਦੇ ਨਿਕਲਦਾ ਉਹ ਤਤਕਾਲ ਪੂਰਾ ਹੁੰਦਾ ਜੀ। ਹਾਂਜੀ। ਇੱਕ ਦਿਨ ਬੈਠੇ ਵਿਖੇ ਬਖਾਨੀ। ਇੱਕ ਦਿਨ ਬੈਠੇ ਬਿਨੈ ਬਖਾਨੀ। ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਬੈਠੇ ਆ। ਬੜੇ ਹੀ ਪਿਆਰ ਨਾਲ ਬੇਨਤੀ ਕੀਤੀ ਬਾਬਾ ਜੀ ਨੇ। ਹਾਂਜੀ। ਬਿਨਾ ਭਨੇ ਸਭ ਕੀ ਤੁਮ ਜਾਨੀ। ਫਿਰ ਵੇਖੋ, ਸਿਆਣੇ ਪੁਰਸ਼ਾਂ 'ਚ ਨਿਮਰਤਾ ਬਹੁਤ ਹੁੰਦੀ ਜੀ। ਜਿਹੜਾ ਬੰਦਾ ਅਜੇ ਅੰਦਰੋਂ ਹੌਲਾ ਹੈ ਨਾ, ਉਹਦੇ 'ਚ ਹਉਮੈ ਜ਼ਿਆਦਾ ਹੁੰਦੀ ਜੀ। ਜਿਉਂ-ਜਿਉਂ ਬੰਦਾ ਨਾਮ ਜਪਦਾ ਜਾਂਦਾ, ਤਿਉਂ-ਤਿਉਂ ਨਿਮਰਤਾ ਵੱਧਦੀ ਜਾਂਦੀ ਜੀ। ਬਾਬਾ ਜੀ ਦੋਵੇਂ ਹੱਥ ਜੋੜ ਕੇ ਕਹਿੰਦੇ, ਸੱਚੇ ਪਾਤਸ਼ਾਹ, ਤੁਹਾਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈਗੀ, ਆਪ ਜੀ ਨੂੰ ਪਤਾ ਸਾਰੀ ਗੱਲ ਦਾ। ਹਾਂਜੀ। ਅਬ ਮੈਂ ਗਮਨ ਚਾਹੋ ਨਿਜ ਨਗਰੀ। ਫੇਰ ਵੀ ਮੈਂ ਬੇਨਤੀ ਕਰ ਦਿੰਦਾ, ਹੁਣ ਮੈਂ ਆਪਣੀ ਨਗਰੀ ਵਿੱਚ ਜਾਣਾ ਚਾਹੁੰਦਾ। ਹੁਣ ਜਿਨ੍ਹਾਂ ਨੇ ਕਥਾ ਸੁਣੀ ਧਿਆਨ ਨਾਲ, ਉਹ ਮੈਨੂੰ ਇੱਕ ਗੱਲ ਦੱਸੋ, ਬਾਬਾ ਜੀ ਕਿੱਥੋਂ ਚੱਲ ਕੇ ਆਏ ਸੀ ਭਲਾ? ਹਾਂਜੀ, ਬੀੜ ਸਾਹਿਬ ਤੋਂ ਚੱਲ ਕੇ ਆਏ ਸੀ। ਬੀੜ ਸਾਹਿਬ ਤੋਂ ਆਏ ਸੀ। ਬੀੜ ਸਾਹਿਬ ਤੋਂ ਹਰਿਮੰਦਰ ਸਾਹਿਬ ਗਏ ਜੀ। ਹਰਿਮੰਦਰ ਸਾਹਿਬੋਂ ਸ੍ਰੀ ਹਰਗੋਬਿੰਦਪੁਰ। ਬੀੜ ਸਾਹਿਬ ਤੋਂ ਆਏ। ਪਰ ਹੁਣ ਬਾਬਾ ਜੀ ਕਹਿ ਰਹੇ ਵੀ ਮੈਂ ਗੁਰੂ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਮੈਂ ਆਪਣੀ ਨਗਰੀ 'ਚ ਜਾਣਾ ਚਾਹੁੰਦਾ ਹਾਂ। ਬਾਬਾ ਜੀ ਦਾ ਪਿੰਡ ਕਿਹੜਾ ਜੀ? ਰਮਦਾਸ। ਮਹਾਰਾਜ, ਮੈਂ ਹੁਣ ਰਮਦਾਸ ਜਾਣਾ ਚਾਹੁੰਦਾ। ਹਾਂਜੀ। ਬੀਤ ਗਈ ਆਵਰਦਾ ਸਗਰੀ। ਸਾਰੀ ਉਮਰ ਬਤੀਤ ਹੋ ਗਈ ਹੈ। ਚਲੋ, ਬਾਬਾ ਜੀ ਨੇ ਆਪਣੇ ਲਈ ਨਿਮਰਤਾ ਵਾਲਾ ਸ਼ਬਦ ਵਰਤਿਆ ਵੀ ਮੇਰੀ ਉਮਰ ਬਤੀਤ ਹੋ ਗਈ ਹੈ, ਪਰ ਸੱਚ ਤੇ ਹੈ ਬਾਬਾ ਜੀ ਦੀ ਸਾਰੀ ਉਮਰ ਸਫਲੀ ਹੋ ਗਈ ਹੈ ਜੀ। ਸਫਲੀ ਹੋ ਗਈ ਜੀ। ਬਾਬਾ ਜੀ ਕਹਿੰਦੇ, ਮਹਾਰਾਜ ਮੇਰੀ ਉਮਰ ਸਾਰੀ ਬਤੀਤ ਹੋ ਗਈ ਹੈ। ਹਾਂਜੀ। ਕਿਰਪਾ ਸਿੰਧ ਇੱਕ ਬਾਰ ਅਬ ਦੀਜੈ। ਹੈ ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਸਮੁੰਦਰ, ਸੱਚੇ ਪਾਤਸ਼ਾਹ, ਮਹਾਰਾਜ ਹੁਣ ਮੈਨੂੰ ਇੱਕ ਵਰ ਦਿਓ, ਵਰ। ਸਾਰੀ ਉਮਰ ਬਾਬਾ ਜੀ ਨੇ ਕੋਈ ਵਰ ਨਹੀਂ ਮੰਗਿਆ ਜੀ, ਸੇਵਾ ਹੀ ਕੀਤੀ ਬਸ ਜੀ। ਹਾਂਜੀ। ਮੋਹੇ ਮਨੋਰਥ ਕੋ ਸਫਲੀਜੈ। ਮੇਰੇ ਮਨ ਵਿੱਚ ਇੱਕ ਮਨੋਰਥ ਹੈ, ਇੱਕ ਇੱਛਾ ਹੈ, ਮੇਰੀ ਉਹ ਇੱਛਾ ਸਫਲੀ ਕਰ ਦਿਓ। ਹਾਂਜੀ। ਸੁਣ ਸ਼੍ਰੀ ਹਰਗੋਬਿੰਦ ਬਖਾਨਾ। ਆਖੋ ਵਾਹਿਗੁਰੂ। ਤੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਜਦੋਂ ਬਾਬਾ ਜੀ ਨੇ ਕਿਹਾ ਨਾ, ਮਹਾਰਾਜ ਮੈਂ ਕੁਝ ਮੰਗਣਾ ਚਾਹੁੰਦਾ, ਮੇਰੀ ਮੰਗ ਪੂਰੀ ਕਰ ਦਿਓ, ਤੇ ਗੁਰੂ ਹਰਗੋਬਿੰਦ ਸਾਹਿਬ ਪਿਆਰ ਵਿੱਚ ਆ ਕੇ ਬਾਬਾ ਜੀ ਨੂੰ ਕਹਿਣ ਲੱਗੇ ਜੀ। ਹਾਂਜੀ। ਤੁਮ ਤੇ ਨਹਿ ਆਦੇ ਹਮ ਜਾਨਾ। ਬਾਬਾ ਜੀ, ਤੁਹਾਡੇ ਤੋਂ ਵੱਧ ਸਤਿਕਾਰਯੋਗ ਹੋਰ ਕੋਈ ਨਹੀਂ ਸਾਡੇ ਵਾਸਤੇ। ਤੁਸੀਂ ਕੁਝ ਮੰਗ ਰਹੇ ਹੋ, ਪਰ ਸਾਡੇ ਕੋਲ ਵੀ ਜੋ ਕੁਝ ਹੈਗਾ ਉਹ ਤੁਹਾਡਾ ਹੀ ਹੈਗਾ, ਕਹਿਣ ਲੱਗੇ। ਹਾਂਜੀ। ਤਨ ਮਨ ਧਨ ਜੇ ਤਿਕ ਹੈ ਮੇਰੇ। ਵਾਹ ਜੀ ਵਾਹ। ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਸਾਡੇ ਘਰ ਵਿੱਚ ਜਿੰਨਾ ਧਨ ਹੈ, ਜਿੰਨੀ ਮਾਇਆ ਹੈ, ਫਿਰ ਸਾਡਾ ਮਨ, ਇੱਥੋਂ ਤੱਕ ਸਾਡਾ ਜਿਹੜਾ ਸਰੀਰ ਹੈ ਨਾ, ਇਹ ਵੀ ਤੁਹਾਡਾ ਹੀ ਹੈ। ਕਮਾਲ ਹੋ ਗਈ ਜੀ। ਇੰਨਾ ਵੱਧ ਸਤਿਕਾਰ ਬਾਬਾ ਜੀ ਦਾ ਜੀ। ਤੇ ਹੁਣ ਨਾ ਕਮੀ ਨਾ ਛੱਡਿਓ, ਢਿੱਲੇ ਨਾ ਰਿਓ, ਤੇ ਗੱਜ ਕੇ ਕਹਿ ਦਿਓ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਗੁਰੂ ਸਾਹਿਬ ਜਿਨ੍ਹਾਂ ਨੂੰ ਕਹਿ ਰਹੇ ਜੀ, ਬਾਬਾ ਜੀ ਧਨ ਵੀ ਤੁਹਾਡਾ, ਮਨ ਵੀ ਤੁਹਾਡਾ, ਤੇ ਜਿਹੜਾ ਸਾਡਾ ਸਰੀਰ ਹੈ ਉਹ ਵੀ ਤੁਹਾਡਾ ਹੀ ਹੈ। ਕਿੰਨਾ ਸਤਿਕਾਰ ਬਾਬਾ ਜੀ ਦਾ। ਮਹਾਰਾਜ ਬਾਣੀ 'ਚ ਕਹਿੰਦੇ, ਤਨ ਸੰਤਨ ਕਾ, ਮਨ ਸੰਤਨ ਕਾ, ਧਨ ਸੰਤਨ ਕਾ ਕੀਆ। ਹਾਂਜੀ।
ਸੰਤ ਪ੍ਰਸਾਦ ਹਰ ਨਾਮ ਧਿਆਇਓ ਸਰਬ ਕੁਸਲ ਤਬ ਥੀਆ। ਸੰਤਨ ਬਿਨ ਅਵਰ ਨ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ। ਹਾਂਜੀ ਕਿਰਪਾ ਆਪ ਕੀ ਤੇ ਨਿਤ ਹੀਰੇ। ਬਾਬਾ ਜੀ ਸਾਡਾ ਸਰੀਰ ਵੀ ਤੁਹਾਡਾ, ਮਨ ਧਨ ਸਭ ਤੁਹਾਡਾ, ਤੁਹਾਡੀ ਕਿਰਪਾ ਨਾਲ ਹੀ ਸਾਰਾ ਸੁੱਖ ਆਨੰਦ ਬਣਿਆ। ਕਹਿੰਦੇ ਕਿੰਨਾ ਸਤਿਕਾਰ ਬਾਬਾ ਜੀ ਦਾ ਜੀ। ਹਾਂਜੀ ਮੋ ਕਹੋ ਸੇਵਕ ਆਪਨ ਪਛਾਨੋ। ਵਾਹ ਵਾਹ ਵਾਹ। ਗੁਰੂ ਹਰਗੋਬਿੰਦ ਸਾਹਿਬ ਆਪ ਆਪਣੇ ਮੁਖ ਤੋਂ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਤੁਸੀਂ ਸਾਨੂੰ ਆਪਣਾ ਸੇਵਾਦਾਰ ਸਮਝੋ। ਕਮਾਲ ਦੀ ਗੱਲ ਹੈ, ਖੁਦ ਗੁਰੂ ਜੀ, ਖੁਦ ਮਾਲਕ ਗੁਰੂ ਹਰਗੋਬਿੰਦ ਸਾਹਿਬ, ਕਿੰਨਾ ਵੱਡਾ ਸਤਿਕਾਰ ਬਾਬਾ ਬੁੱਢਾ ਸਾਹਿਬ ਜੀ ਦਾ ਜੀ। ਗੁਰੂ ਸਾਹਿਬ ਕਹਿ ਰਹੇ, ਬਾਬਾ ਜੀ ਅਸੀਂ ਤੁਹਾਡੇ ਸੇਵਾਦਾਰ ਹਾਂ। ਹਾਂਜੀ ਜਿਮ ਚਾਹਤ ਤਿਮ ਹੁਕਮ ਬਖਾਨੋ। ਬੇਨਤੀ ਨਹੀਂ, ਤੁਸੀਂ ਹੁਕਮ ਕਰੋ, ਜੋ ਚਾਹੁੰਦੇ ਹੁਕਮ ਕਰੋ ਸਾਨੂੰ। ਹਾਂਜੀ ਸੁਨਤ ਬਿਰਧ ਨੇ ਕੀ ਵਡਿਆਈ। ਤੇ ਸਾਧ ਸੰਗਤ ਜੀ ਸੁਣ ਕੇ ਨਾ ਬਾਬਾ ਬੁੱਢਾ ਸਾਹਿਬ ਨਿਮਰਤਾ ਚ ਆ ਗਏ ਜੀ। ਚੇਤਾ ਰੱਖਿਓ, ਬਾਣੀ ਪੜਨ ਵਾਲੇ ਸਿੱਖ ਦੀ ਜਦੋਂ ਉਸਤਤ ਹੁੰਦੀ ਹੈ ਨਾ, ਉਹ ਹੋਰ ਨਿਮਰਤਾ ਚ ਆ ਜਾਂਦਾ ਜੀ। ਬਾਬਾ ਜੀ ਨਿਮਰਤਾ ਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਹੱਥ ਜੋੜ ਲਏ, ਹੱਥ ਜੋੜ ਕੇ ਗੁਰੂ ਜੀ ਦੀ ਵਡਿਆਈ ਕਰਨ ਲੱਗ ਪਏ ਜੀ। ਹਾਂਜੀ ਇਹੀ ਰੀਤ ਰਾਵਰ ਬਨ ਆਈ। ਕਹਿੰਦੇ ਸੱਚੇ ਪਾਤਸ਼ਾਹ ਤੁਹਾਨੂੰ ਸੁਭਾਅ ਇਹੋ ਜਿਹਾ ਹੀ ਚਾਹੀਦਾ, ਇਹ ਤੁਹਾਡੀ ਰੀਤ ਹੈ, ਤੁਹਾਨੂੰ ਹੀ ਬਣ ਆਉਂਦੀ ਹੈ। ਮੇਰੇ ਵਰਗੇ ਸੇਵਕਾਂ ਨੂੰ ਇੰਨਾ ਮਾਣ ਦੇਣਾ। ਹਾਂਜੀ ਅਬ ਕੁਛ ਨਹੀਂ ਸਨਾਤਨ ਹੈ। ਤੇ ਨਾਲ ਹੀ ਬਾਬਾ ਜੀ ਨੇ ਕਹਿਤਾ, ਮਹਾਰਾਜ ਇਹ ਤੁਹਾਡਾ ਹੁਣ ਦਾ ਸੁਭਾਅ ਨਹੀਂ ਹੈਗਾ, ਇਹ ਤੁਹਾਡਾ ਪੁਰਾਣਾ ਹੀ ਸੁਭਾਅ ਹੈਗਾ। ਆਪਣੇ ਪਿਆਰਿਆਂ ਨੂੰ ਮਾਣ ਦੇਣਾ, ਆਪਣੇ ਸੇਵਕਾਂ ਨੂੰ ਮਾਣ ਦੇਣਾ। ਤੇ ਚੇਤਾ ਰੱਖਿਓ, ਬਾਹਰੀ ਤੌਰ ਤੇ ਬੰਦਾ ਨਿੱਕੀ ਨਿੱਕੀ ਗੱਲ ਤੇ ਜੇ ਮਾਣ ਨਾ ਮਿਲੇ ਤੇ ਦੂਜਿਆਂ ਤੋਂ ਰੁੱਸ ਜਾਂਦਾ ਜੀ। ਇਹਨਾਂ ਮੈਨੂੰ ਮਾਣ ਨਹੀਂ ਦਿੱਤਾ, ਦੂਜਿਆਂ ਤੋਂ ਰੁੱਸ ਜਾਂਦਾ ਜੀ। ਹਾਂਜੀ ਵੇਦ ਪੁਰਾਨ ਸੰਤ ਸਭ ਕਹੈ। ਬਾਬਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਵੇਦਾਂ ਵਿੱਚ, ਪੁਰਾਣਾਂ ਵਿੱਚ ਤੇ ਸੰਤ ਮਹਾਂਪੁਰਖ ਸਾਰੇ ਇਹੋ ਹੀ ਗੱਲ ਕਹਿੰਦੇ ਵੀ ਵੱਡਿਆਂ ਦਾ ਸੁਭਾਅ ਨਿਮਰਤਾ ਵਾਲਾ ਹੁੰਦਾ। ਹਾਂਜੀ ਜਨ ਕੀ ਆਪਣੇ ਤੇ ਅਧਿਕਾਈ। ਹਾਂਜੀ ਕਰਤ ਕਿਰਪਾ ਕਰ ਸਭ ਲਖ ਪਾਈ। ਕੀ ਸੁਭਾਅ ਜੀ ਮਹਾਰਾਜ ਤੁਹਾਡਾ ਸ਼ੁਰੂ ਤੋਂ ਸੁਭਾਅ ਹੈ, ਉਹ ਕੀ ਤੁਸੀਂ ਆਪਣੇ ਸਿੱਖਾਂ ਦੀ ਵਡਿਆਈ ਕਰਾਉਂਦੇ ਹੋ। ਮਹਾਰਾਜ ਬਾਣੀ 'ਚ ਲਿਖਦੇ, ਆਖੋ ਸ੍ਰੀ ਵਾਹਿਗੁਰੂ। ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਹਾਂਜੀ ਗੁਰ ਸਿੱਖਾਂ ਦੀ ਪੂਜਾ ਕਰਾਉਂਦੇ ਮਹਾਰਾਜ। ਹਾਂਜੀ ਆਪਣੋ ਪ੍ਰਾਣ ਰਣ ਮੈਂ ਕਰ ਕਾਚਾ। ਹਾਂਜੀ ਭੀਖਮ ਕੋ ਨਿਰਬਾਹਿਓ ਸਾਚਾ। ਫਿਰ ਬਾਬਾ ਜੀ ਪੁਰਾਣੀ ਕਥਾ ਦਾ ਜ਼ਿਕਰ ਕੀਤਾ। ਜੰਗ ਦੇ ਮੈਦਾਨ ਵਿੱਚ ਆਪਣਾ ਪ੍ਰਾਣ ਕੱਚਾ ਕਰਕੇ, ਜਿਵੇਂ ਭੀਸ਼ਮ ਪਿਤਾਮੇ ਦਾ ਵਾਕ ਸੱਚਾ ਕੀਤਾ ਸੀਗਾ ਸ਼੍ਰੀ ਕ੍ਰਿਸ਼ਨ ਜੀ ਨੇ। ਹਾਂਜੀ ਇਤਿਆਦਿਕ ਕੇ ਤਿਕ ਥਲ ਭਨੀਐ। ਹਾਂਜੀ ਅੰਤ ਨਾ ਪਾਏ ਸਕੈ ਜੇ ਗਨੀਐ। ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਮੈਂ ਤੁਹਾਡੀ ਕਿੰਨੀ ਕੁ ਵਡਿਆਈ ਕਰਾਂ। ਤੁਸੀਂ ਮੈਨੂੰ ਇਹ ਕਹਿ ਦਿੱਤਾ ਵੀ ਤੁਹਾਡਾ ਸਰੀਰ ਵੀ ਮੇਰੇ ਜੋਗਾ ਹੀ ਹੈ। ਮਹਾਰਾਜ ਇਹ ਤੁਹਾਡੀ ਵਡਿਆਈ ਮੈਂ ਕਿੰਨੀ ਕੁ ਆਪਣੇ ਮੁਖ ਤੋਂ ਕਹਾਂ। ਹਾਂਜੀ ਮਨ ਮੇਰੇ ਮੈਂ ਬਸੋ ਗੁਸਾਈ। ਵਾਹ ਜੀ ਵਾਹ। ਆਖੋ ਵਾਹਿਗੁਰੂ। ਵਾਹਿਗੁਰੂ। ਇਹ ਬਾਬਾ ਬੁੱਢਾ ਜੀ ਕਹਿ ਰਹੇ ਸੀ, ਅਖੀਰਲੀ ਅਵਸਥਾ ਸਰੀਰ ਦੀ ਸੀ। ਸਾਰੀ ਉਮਰ ਗੁਰੂ ਸਾਹਿਬ ਦੀ ਸੇਵਾ ਕੀਤੀ। ਮੇਰੇ ਖਿਆਲ ਨਾਲ ਆਪਾਂ ਨਹੀਂ ਕਦੀ ਇਹ ਗੱਲ ਮੰਗੀ ਹੋਏਗੀ ਜੀ। ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ, ਮਹਾਰਾਜ ਮੇਰੇ ਤੇ ਮਿਹਰ ਕਰੋ ਤਾਂ ਹੁਣ ਮੇਰੇ ਮਨ 'ਚ ਵਸੋ। ਕਹਿੰਦੇ ਮੇਰੇ ਮਨ 'ਚ ਵਸੋ।
ਮਾਨੋ ਬਾਬਾ ਜੀ ਕਹਿ ਰਹੇ ਹੋਣ, ਮੋਰਾ ਹਿਰਦੈ ਬਸੋ ਗੋਪਾਲ, ਮੋਰਾ ਹਿਰਦੈ ਬਸੋ ਗੋਪਾਲ, ਮੋਰਾ ਹਿਰਦੈ ਗੋਪਾਲ, ਮੋਰਾ ਹਿਰਦੈ ਬਸੋ ਗੋਪਾਲ। ਬਾਬਾ ਜੀ ਕਹਿ ਰਹੇ, ਸੱਚੇ ਪਾਤਸ਼ਾਹ ਮੇਰੇ ਹਿਰਦੇ 'ਚ ਵਸੋ। ਆਪਾਂ ਵੀ ਹੱਥ ਜੋੜੀਏ, ਹੇ ਗੁਰੂ ਹਰਗੋਬਿੰਦ ਸਾਹਿਬ ਸਾਡੇ ਵੀ ਮਨਾਂ ਵਿੱਚ ਵਸੋ। ਹਾਂਜੀ। ਸਥਿਰ ਸੁਮੇਰ ਸਮਾਨ ਸਦਾਈ, ਤੁਸੀਂ ਸਦਾ ਸੁਮੇਰ ਪਰਬਤ ਦੀ ਤਰ੍ਹਾਂ ਟਿਕੇ ਹੋਏ ਹੋ। ਹਾਂਜੀ। ਜਬ ਮੇਰੋ ਕਬ ਆਏ ਸੰਦੇਸ਼ਾ, ਮੇਰੇ ਮਨ ਵਿੱਚ ਇਉਂ ਹੀ ਵਸ ਜਾਓ ਜਿਵੇਂ ਸੁਮੇਰ ਪਰਬਤ ਟਿਕਿਆ ਹੁੰਦਾ ਜੀ। ਸੁਨੋ ਗਰੀਬ ਨਿਵਾਜ ਅਸ਼ੇਸ਼ਾ। ਤੇ ਬਾਬਾ ਜੀ ਪਤਾ ਕੀ ਕਹਿਣ ਲੱਗੇ? ਕਹਿੰਦੇ ਮਹਾਰਾਜ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਜਬ ਮੇਰੋ ਕਬ ਆਏ ਸੰਦੇਸ਼ਾ, ਮੈਂ ਸੁਨਾ ਭੇਜਾਂਗਾ ਕਹਿੰਦੇ ਤੁਹਾਨੂੰ। ਜਦੋਂ ਮੇਰਾ ਸੁਨਾ ਆਏਗਾ ਨਾ, ਉਹਨੂੰ ਸੁਣ ਲਿਓ ਮਹਾਰਾਜ। ਗਰੀਬ ਨਵਾਜ ਧਿਆਨ ਰੱਖ ਕੇ ਸੁਣ ਲਿਓ ਮਹਾਰਾਜ। ਹਾਂਜੀ। ਤਬ ਜੋ ਕਿਉ ਕਰ ਦਰਸ਼ਨ ਦੀਜੈ, ਤਬ ਜਿਉਂ ਕਿਉਂ ਕਰ ਦਰਸ਼ਨ ਦੀਜੈ। ਜਦੋਂ ਮੈਂ ਸੁਨੇਹਾ ਭੇਜਾਂਗਾ, ਜਿਵੇਂ ਕਿਵੇਂ ਕਰਕੇ ਮੈਨੂੰ ਦਰਸ਼ਨ ਦੇ ਦਿਓ ਮਹਾਰਾਜ। ਮੈਂ ਤੁਹਾਡੇ ਦਰਸ਼ਨ ਮੰਗਦਾ, ਤੁਹਾਡੇ ਦਰਸ਼ਨ ਚਾਹੀਦੇ ਆ ਮੈਨੂੰ। ਹਾਂਜੀ। ਇਹ ਬੇਨਤੀ ਮੇਰੀ ਸੁਣ ਲੀਜੈ, ਇਹ ਮੇਰੀ ਬੇਨਤੀ ਹੈ ਤੇ ਕਿਰਪਾ ਕਰਕੇ ਮੇਰੀ ਬੇਨਤੀ ਸੁਣ ਲਿਓ। ਮੈਂ ਹੁਣ ਜਦੋਂ ਸੰਦੇਸ਼ਾ ਭੇਜਾਂ ਤੁਸੀਂ ਸੁਣ ਕੇ ਆ ਜਿਓ ਬਸ। ਹਾਂਜੀ। ਇਮ ਹੀ ਹੋਏ ਕਹਿਓ ਗੁਰ ਜਬੈ, ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਕਹਿਣ ਦਾ ਭਾਵ ਇਹ ਸੀਗਾ ਬਾਬਾ ਜੀ ਦਾ ਵੀ ਹੁਣ ਮੈਂ ਜਦੋਂ ਸਰੀਰ ਤਿਆਗਣਾ ਹੈ ਨਾ, ਤੇ ਅੰਤਮ ਵਾਰ ਮੈਨੂੰ ਦਰਸ਼ਨ ਜ਼ਰੂਰ ਦੇ ਦਿਓ ਜੀ। ਕਹਿਣ ਦਾ ਭਾਵ ਇਹ ਸੀਗਾ। ਪਿਆਰ ਵਾਲਿਓ, ਅੱਗੋਂ ਬਾਬਾ ਬੁੱਢਾ ਜੀ ਨੇ, ਬਾਬਾ ਬੁੱਢਾ ਜੀ ਦਾ ਗੱਲ ਸੁਣ ਕੇ, ਬਚਨ ਸੁਣ ਕੇ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਨੇ ਪਤਾ ਕੀ ਕਿਹਾ? ਇਮ ਹੀ ਹੋਏ ਕਹਿਓ ਗੁਰ ਤਬੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਹੋਏਗਾ। ਜਦੋਂ ਸੁਨੇਹਾ ਆਏਗਾ ਅਸੀਂ ਸਭ ਕੁਝ ਛੱਡ ਕੇ ਤੁਹਾਡੇ ਕੋਲ ਆਵਾਂਗੇ। ਹਾਂਜੀ। ਦੋਹਾਂ ਦਿਸ਼ ਪਦ ਬੰਧਨ ਕਰ ਤਬੈ। ਫਿਰ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ। ਆਪਾਂ ਵੀ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਤੇ ਅਗਲੀ ਗੱਲ ਸੁਣੋ, ਬਾਬਾ ਜੀ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਜੀ ਨੂੰ ਮੱਥਾ ਟੇਕਿਆ ਜੀ। ਹੁਣ ਆਖੋ ਧੰਨ ਬਾਬਾ ਬੁੱਢਾ ਸਾਹਿਬ ਜੀ। ਜੋਧ ਅਜਿਤਾ ਜੀਵਾ ਤੀਨ। ਭਾਈ ਜੋਧ ਜੀ, ਭਾਈ ਅਜਿਤਾ ਜੀ ਤੇ ਭਾਈ ਜੀਵਾ ਜੀ, ਇਹ ਅੰਮ੍ਰਿਤਸਰ ਤੋਂ ਬਾਬਾ ਜੀ ਦੇ ਨਾਲ ਆਏ ਸਨ। ਹਾਂਜੀ। ਤਿਨਹੁ ਗੁਰੂ ਕੋ ਬੰਧਨ ਕੀਨ। ਉਹਨਾਂ ਤਿੰਨਾਂ ਸਿੱਖਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮੱਥਾ ਟੇਕਿਆ ਜੀ। ਹਾਂਜੀ। ਚਾਰੋਂ ਚਲੇ ਖੁਸ਼ੀ ਕੋ ਪਾਏ। ਤੇ ਬਾਬਾ ਬੁੱਢਾ ਜੀ ਦੇ ਨਾਲ ਉਹ ਤਿੰਨ ਸਿੱਖ ਬਹੁਤੀ ਖੁਸ਼ੀ ਦੇ ਨਾਲ ਸਾਧ ਸੰਗਤ ਜੀ ਤੁਰੇ ਦੀ ਫਿਰ। ਹਾਂਜੀ। ਸਿਮਰਤ ਸ਼੍ਰੀ ਨਾਨਕ ਸੁਖਦਾਏ। ਪਰ ਤੁਰਨ ਲੱਗਿਆਂ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ ਜੀ। ਦਾਸ ਨੇ ਅੱਗੇ ਵੀ ਬੜੀ ਵਾਰੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕੀਤੀ ਹੈ, ਅੱਜ ਫਿਰ ਕਰ ਦੇਣਾ। ਜਦੋਂ ਘਰੋਂ ਨਿਕਲੋ, ਕਿਤੇ ਦੂਰ ਜਾਣਾ ਹੋਵੇ, ਨੇੜੇ ਜਾਣਾ ਹੋਵੇ, ਕਿੰਨਾ ਕੁ ਟਾਈਮ ਲੱਗਦਾ ਹੈ? ਆਪਣੇ ਸੰਦ ਤੇ ਮੋਟਰ ਗੱਡੀ ਤੇ ਬਹਿ ਕੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਲਿਆ ਕਰੋ ਜੀ। ਤੁਰਨ ਲੱਗਿਆਂ ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ। ਲੱਖ ਕੈ ਰੁਖ ਗੁਰ ਕੋ ਗੁਰਦਾਸ। ਹੁਣ ਭਾਈ ਗੁਰਦਾਸ ਜੀ ਨੇ ਗੁਰੂ ਜੀ ਦਾ ਰੁਖ ਵੇਖਿਆ ਜੀ, ਵੀ ਸੱਚੇ ਪਾਤਸ਼ਾਹ ਖੁਸ਼ ਨੇ। ਹਾਂਜੀ। ਕਰਿਓ ਬਾਸ ਸੁਖ ਰਾਸੈ ਪਾਸ। ਤੇ ਭਾਈ ਗੁਰਦਾਸ ਜੀ ਦਾ ਫੁਰਨਾ ਬਣਿਆ ਵੀ ਮੈਂ ਕੁਝ ਸਮਾਂ ਮਹਾਰਾਜ ਦੇ ਚਰਨਾਂ ਵਿੱਚ ਰਵਾਂ ਜੀ, ਸ੍ਰੀ ਹਰਗੋਬਿੰਦਪੁਰ ਰਹਾ। ਹਾਂਜੀ।
ਬਿਰਧ ਕੋ ਵਿਦਾ ਕਰਨ ਤਿਸ ਬੇਰੇ। ਬਾਬਾ ਬੁੱਢਾ ਸਾਹਿਬ ਜੀ ਨੂੰ ਵਿਦਾ ਕਰਨ ਵਾਸਤੇ ਹਾਂਜੀ ਚੱਲੇ ਗੁਰੂ ਸੰਗ ਸਿੱਖ ਕਨੇਰੇ। ਗੁਰੂ ਸਾਹਿਬ ਆਪ ਗਏ ਜੀ ਫਿਰ ਜੀ, ਤੇ ਕੱਲੇ ਬਾਬਾ ਬੁੱਢਾ ਸਾਹਿਬ ਨਹੀਂ, ਕੱਲੇ ਗੁਰੂ ਸਾਹਿਬ ਨਹੀਂ, ਬੜੀਆਂ ਸੰਗਤਾਂ ਨਾਲ ਵਿਦਾ ਕਰਨ ਗਈਆਂ ਜੀ। ਹਾਂਜੀ ਗਏ ਦੂਰ ਲਗ ਬਿਰਧ ਥਿਰ ਹੋਇਓ। ਕਾਫੀ ਦੂਰ ਤੱਕ ਫਿਰ ਸਾਧ ਸੰਗਤ ਜੀ ਛੱਡਣ ਗਏ ਜੀ। ਫਿਰ ਬਾਬਾ ਬੁੱਢਾ ਜੀ ਖਲੋ ਗਏ ਜੀ। ਹਾਂਜੀ ਸਤਿਗੁਰ ਪਾਇਨ ਆਵਤ ਜੋਇਓ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਉਂਦਿਆਂ ਵੇਖਿਆ ਤਾਂ ਬਾਬਾ ਜੀ ਖਲੋ ਗਏ ਵੀ ਮਹਾਰਾਜ ਹੁਣ ਤੁਸੀਂ ਚੱਲੋ। ਹਾਂਜੀ ਕਰਤ ਪਰਸ ਪਰ ਬੰਧਨ ਭਲੇ। ਫਿਰ ਮੱਥਾ ਟੇਕਿਆ ਜੀ, ਫਿਰ ਮੱਥਾ ਟੇਕਿਆ ਜੀ, ਤੁਰਨ ਲੱਗਿਆ ਫਿਰ ਮੱਥਾ ਟੇਕਿਆ। ਹਾਂਜੀ ਗੁਰ ਕੋ ਮੋਰ ਅਗਾਰੀ ਚਲੇ। ਗੁਰੂ ਸਾਹਿਬ ਜੀ ਨੂੰ ਪਿੱਛੇ ਨੂੰ ਮੋੜ ਕੇ ਬਾਬਾ ਜੀ ਆਪ ਫਿਰ ਅੱਗੇ ਨੂੰ ਤੁਰ ਪਏ ਜੀ। ਰਮਦਾਸ ਨੂੰ ਤੁਰੇ ਜੀ ਬਾਬਾ ਜੀ। ਹਾਂਜੀ ਦੋਹਰਾ ਗ੍ਰਾਮ ਨਵਮ ਰਮਦਾਸ ਕੇ। ਹਾਂਜੀ ਬਿਰਧ ਕੇ ਸਦਨ ਸਦਾਏ। ਆਖੋ ਸ੍ਰੀ ਵਾਹਿਗੁਰੂ। ਗ੍ਰਾਮ ਨਾਮ ਰਮਦਾਸ ਕੇ ਬ੍ਰਿਧ ਕੇ ਸਦਨ ਸਦਾਏ। ਬਾਬਾ ਬੁੱਢਾ ਸਾਹਿਬ ਜੀ ਦੇ ਪਿੰਡ ਦਾ ਨਾਮ ਰਮਦਾਸ ਹੈ। ਪੁਰਾਣੇ ਬਜ਼ੁਰਗਾਂ ਦਾ ਘਰ ਜਿਹੜਾ ਹੈ ਉਹ ਰਮਦਾਸ ਪਿੰਡ 'ਚ ਹੀ ਬਣਿਆ ਹੋਇਆ ਸੀਗਾ ਜੀ। ਬਾਬਾ ਜੀ ਦੇ ਪੁੱਤਰ ਜਿਹੜੇ ਸਨ ਉਹ ਵੀ ਰਮਦਾਸ ਵਿੱਚ ਹੀ ਰਹਿੰਦੇ ਸੀਗੇ ਜੀ। 4 ਪੁੱਤਰ ਨੇ ਬਾਬਾ ਬੁੱਢਾ ਜੀ ਦੇ ਜੀ। 4 ਪੁੱਤਰ, ਭਾਈ ਭਾਨਾ ਜੀ, ਭਾਈ ਸਿਧਾਰੀ ਜੀ, ਭਾਈ ਭਿਖਾਰੀ ਜੀ ਤੇ ਭਾਈ ਮਹਿਮੂਦ ਜੀ। 4 ਪੁੱਤਰ ਨੇ ਬਾਬਾ ਜੀ ਦੇ। ਹਾਂਜੀ ਤੈ ਕੋ ਪਹੁੰਚੇ ਜਾਏ ਕਰ। ਹਾਂਜੀ ਗੁਰ ਗੁਣ ਭਨ ਸਮੁਦਾਏ। ਬਾਬਾ ਜੀ ਫਿਰ ਆਪਣੇ ਪਿੰਡ 'ਚ ਪਹੁੰਚ ਗਏ ਜੀ। ਉੱਥੇ ਜਾ ਕੇ ਗੁਰੂ ਸਾਹਿਬ ਦੇ ਗੁਣ ਗਾਉਣ ਲੱਗੇ ਜੀ। ਤੇ ਉਸ ਸਮੇਂ ਦਾ ਇੰਤਜ਼ਾਰ ਕਰਨ ਲੱਗੇ ਜਦੋਂ 5 ਪੂਤਕ ਸਰੀਰ ਛੱਡਣਾ ਹੈ ਜੀ। ਹਾਂਜੀ ਚੌਪਈ ਸ਼੍ਰੀ ਹਰਿ ਗੋਬਿੰਦ ਸਭ ਸੁਖ ਸਾਜੈ। ਉਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਐ ਆਨੰਦ ਦੇ ਨਾਲ ਬਹੁਤ ਸੁਖੀ ਰਹਿ ਰਹੇ ਨੇ। ਹਾਂਜੀ ਸ਼੍ਰੀ ਹਰਿ ਗੋਬਿੰਦ ਪੁਰੇ ਬਿਰਾਜੈ। ਮਹਾਰਾਜ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਸੁਭਾਏਮਾਨ ਹਨ। ਹਾਂਜੀ ਸੰਗਤ ਦੇਸ਼ ਵਿਦੇਸ਼ਨ ਆਵੈ। ਦੇਸ਼ਾਂ ਵਿੱਚੋਂ ਵਿਦੇਸ਼ਾਂ ਦੇ ਵਿੱਚੋਂ ਸਤਿਗੁਰੂ ਜੀ ਦੇ ਕੋਲ ਸਿੱਖ ਸੰਗਤਾਂ ਆਉਂਦੀਆਂ ਨੇ ਜੀ। ਹਾਂਜੀ ਅਨੇਕ ਅਕੋਰਨ ਕੋ ਅਰ ਪਾਵੈ। ਅਨੇਕ ਤਰ੍ਹਾਂ ਦੀਆਂ ਅਕੋਰਾਂ ਭੇਟਾਵਾਂ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਕੇ ਆਉਂਦੀਆਂ ਹਨ। ਹਾਂਜੀ ਮਨੋ ਕਾਮਨਾ ਪਾਏ ਸਿਧਾਰੈ। ਸੰਗਤਾਂ ਦੀਆਂ ਮਨੋਕਾਮਨਾਵਾਂ ਗੁਰੂ ਜੀ ਦੇ ਦਰਸ਼ਨ ਕਰਕੇ ਪੂਰੀਆਂ ਹੁੰਦੀਆਂ ਹਨ। ਹਾਂਜੀ ਜਹ ਕਹਿ ਸਤਿਗੁਰ ਸੁਜਸ ਉਚਾਰੈ। ਗੁਰੂ ਜੀ ਦੀਆਂ ਸੰਗਤਾਂ ਜਿੱਥੇ ਜਾਂਦੀਆਂ ਗੁਰੂ ਜੀ ਦਾ ਜਸ ਕਰਦੀਆਂ। ਭਾਈ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਬੜਾ ਸੁਖ ਬਣਿਆ। ਹਾਂਜੀ ਇੱਕ ਆਵਤ ਇੱਕ ਜਾਤ ਸਦਨ ਕੋ। ਇੱਕ ਸਿੱਖ ਆਉਂਦੇ ਆ, ਇੱਕ ਚਲੇ ਜਾਂਦੇ ਆ, ਆਉਂਦੇ ਆ, ਚਲੇ ਜਾਂਦੇ ਆ। ਇਸ ਤਰ੍ਹਾਂ ਹਰ ਸਮੇਂ ਸ੍ਰੀ ਹਰਗੋਬਿੰਦਪੁਰ ਵਿੱਚ ਮੇਲਾ ਹੀ ਲੱਗਾ ਰਹਿੰਦਾ ਹੈ। ਹਾਂਜੀ ਪਿਖ ਗੁਰ ਸਾਰਦ ਚੰਦ ਬਦਨ ਕੋ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੋਹਣੇ ਚੰਦ ਮੁਖ ਦੇ ਦਰਸ਼ਨ ਕਰਦੀਆਂ ਹਨ ਸੰਗਤਾਂ। ਹਾਂਜੀ ਇੱਕ ਦਿਨ ਚੜੇ ਅਖੇਰ ਕਰਨ ਕੋ। ਇੱਕ ਦਿਨ ਸੱਚੇ ਪਾਤਸ਼ਾਹ ਸ਼ਿਕਾਰ ਵਾਸਤੇ ਚੜੇ ਜੀ। ਹਾਂਜੀ ਲੈ ਕਰ ਜੁਰਰੇ ਬਾਜ ਨਰਨ ਕੋ। ਸਿੱਖ ਆਪਣੇ ਨਾਲ ਲੈ ਲਏ। ਜੁਰਰੇ ਬਾਜ ਇਹ ਸਾਰੇ ਮਹਾਰਾਜ ਨੇ ਨਾਲ ਲੈ ਲਏ ਜੀ ਆਪਣੇ। ਹਾਂਜੀ ਚੀਤੇ ਸਵਾਨ ਸੰਗ ਬਹੁਲੀਨ। ਚੀਤੇ ਮਹਾਰਾਜ ਨੇ ਕੋਲ ਰੱਖੇ ਹੁੰਦੇ ਸੀ। ਆਖੋ ਚੀਤਾ ਰੱਖਣਾ ਸੌਖਾ ਕੰਮ ਨਹੀਂ ਹੈਗਾ ਬਾਬਾ ਮੰਗਾ ਜੀ। ਚੀਤੇ ਰੱਖਣੇ ਕੋਈ ਆਮ ਗੱਲ ਨਹੀਂ ਹੈਗੀ ਜੀ। ਹਾਂਜੀ ਇਹ 6ਵੇਂ ਪਾਤਸ਼ਾਹ ਨੇ ਚੀਤੇ ਵੀ ਨਾਲ ਹੀ ਰੱਖੇ ਜੀ। ਸ਼ੇਰ ਦੀ ਕਿਸਮ ਹੈ ਨਾ ਚੀਤਾ। ਚੀਤੇ ਵੀ ਮਹਾਰਾਜ ਨੇ ਨਾਲ ਲਏ ਜੀ। ਕੁੱਤੇ ਨਾਲ ਲਏ ਜੀ। ਹਾਂਜੀ ਕਾਨਨ ਮੈਂ ਬੜ ਵਿਚਰਨ ਕੀਨ। ਤੇ ਫਿਰ ਉੱਥੇ ਨਾ ਬੜੇ ਬੜੇ ਸੰਘਣੇ ਜੰਗਲ ਸੀਗੇ ਜੀ ਬਿਆਸ ਦਰਿਆ ਦੇ ਕੰਢੇ। ਮਹਾਰਾਜ ਜੀ ਉਹਨਾਂ ਜੰਗਲਾਂ ਦੇ ਵਿੱਚ ਵਿਚਰ ਰਹੇ ਨੇ ਸੱਚੇ ਪਾਤਸ਼ਾਹ। ਹਾਂਜੀ
ਸੋ ਪਟ ਸੰਗ ਗਨ ਚੜੇ ਤੁਰੰਗ। ਜਿਹੜੇ ਸੂਰਬੀਰ ਨੇ ਉਹ ਮਹਾਰਾਜ ਦੇ ਨਾਲ ਘੋੜਿਆਂ ਦੇ ਉੱਤੇ ਚੜੇ ਹੋਏ ਆ, ਸਿਪਾਹੀ ਜੀ। ਹਾਂਜੀ, ਹਤੇ ਬ੍ਰਿੰਦ ਹੀ ਸ਼ੋਰ ਤੁਫੰਗ। ਬੜੀਆਂ ਬੰਦੂਕਾਂ ਚਲਾਈਆਂ, ਬੜੇ ਜਾਨਵਰਾਂ ਦਾ ਉਧਾਰ ਕੀਤਾ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਮ੍ਰਿਗਨ ਬੇਹੰਗਨ ਸੂਕਰ ਕਨੇ। ਹਿਰਨ, ਪੰਛੀ, ਸੂਰ। ਹਾਂਜੀ, ਖੋਜ ਖੋਜ ਕਰ ਜਿਤ ਕਿਤ ਹਨੇ। ਲੱਭ ਲੱਭ ਕੇ ਗੁਰੂ ਸਾਹਿਬ ਨੇ ਉਧਾਰ ਕੀਤਾ ਜੀ। ਹੁਣ ਕਈਆਂ ਨੇ ਕਹਿ ਦੇਣਾ ਮਹਾਰਾਜ ਮਾਰਦੇ ਸੀਗੇ। ਖਾਲਸਾ ਜੀ ਭਾਵਨਾ ਰੱਖਿਆ ਕਰੋ, ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਗੋਲੀ ਵੱਜੀ ਉਹ ਤੇ ਉਹਦਾ ਤੇ ਉਧਾਰ ਹੀ ਹੋਏਗਾ ਨਾ ਜੀ। ਹਾਂਜੀ, ਉਨ ਉੱਚੇ ਥਲ ਆਨ ਸੁਹਾਏ। ਫਿਰ ਮਹਾਰਾਜ ਉੱਚੀ ਜਗ੍ਹਾ ਆ ਕੇ ਬੈਠ ਗਏ ਜੀ। ਹਾਂਜੀ, ਨਾਮ ਦਮਾ ਦਮਾ ਦਮ ਨਾਮ ਦਮਦਮਾ, ਦਮਦਮਾ ਜਹਾਂ ਸੁਹਾਏ। ਜਿਸ ਜਗ੍ਹਾ ਦਾ ਨਾਮ ਦਮਦਮਾ ਸਾਹਿਬ ਹੈ ਜੀ, ਅਸਥਾਨ ਬਣਿਆ ਉੱਥੇ ਦਮਦਮਾ ਸਾਹਿਬ। ਉਹ ਸਾਰਾ ਪਿੰਡ ਹੀ ਉੱਚਾ ਹੈਗਾ ਜੀ। ਅਸੀਂ ਥੋੜ੍ਹੇ ਦਿਨ ਪਹਿਲਾਂ ਜਾ ਕੇ ਦੁਬਾਰਾ ਵੇਖ ਕੇ ਆਏ ਆ, ਉਹ ਬਹੁਤ ਫਰਕ ਹੈਗਾ ਜੀ। ਉੱਚਾ ਪਿੰਡ ਜੀ ਉਹ। ਮਹਾਰਾਜ ਦਮਦਮਾ ਸਾਹਿਬ ਆ ਕੇ ਬੈਠ ਗਏ। ਹਾਂਜੀ, ਕਾਂਸ਼ੀ ਤੇ ਚਲ ਸੰਗਤ ਆਈ। ਤੇ ਕਾਂਸ਼ੀ ਤੋਂ ਸੰਗਤ ਚੱਲ ਕੇ ਆਈ ਜੀ। ਵਾਰਾਣਸੀ, ਬਨਾਰਸ, ਕਾਂਸ਼ੀ। ਹਾਂਜੀ, ਕਾਂਸ਼ੀ ਵਿੱਚੋਂ ਸੰਗਤ ਚੱਲ ਕੇ ਆਈ ਜੀ। ਹਾਂਜੀ, ਦਰਸ਼ਨ ਕਰਬੇ ਚਾਹ ਵਧਾਈ। ਉਹਨਾਂ ਦੇ ਮਨ ਦੀ ਬੜੀ ਇੱਛਾ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰੀਏ। ਬਹੁਤੀ ਇੱਛਾ ਲੈ ਕੇ ਏਕ ਸਿੱਖ ਤਿਨ ਮੈਂ ਮਤਵੰਤਾ। ਉਹ ਆਏ ਆ। ਉਹਨਾਂ ਸੰਗਤਾਂ ਵਿੱਚ ਇੱਕ ਸਿੱਖ ਬੜਾ ਸਿਆਣਾ ਹੈਗਾ ਜੀ। ਹਾਂਜੀ, ਦਰਸ਼ਨ ਕੋ ਤੂਰਨ ਲਲਚੰਤਾ। ਹੁਣ ਆ ਤੇ ਗਏ ਸ੍ਰੀ ਹਰਗੋਬਿੰਦਪੁਰ, ਪਰ ਉਹਦਾ ਮਨ ਹੀ ਵੀ ਛੇਤੀ ਦਰਸ਼ਨ ਹੋਣ ਮੈਨੂੰ। ਹਾਂਜੀ, ਸੰਗਤ ਸ਼ੋਰ ਬਿਪਾਸਾ ਪਾਸੀ। ਹਾਂਜੀ, ਸੁਨ ਸੁਧ ਗਇਓ ਜਹਾਂ ਸੁਖ ਰਾਸੀ। ਆਖੋ ਵਾਹਿਗੁਰੂ। ਤੇ ਮਹਾਰਾਜ ਦਮਦਮਾ ਸਾਹਿਬ ਵਾਲੇ ਲਾਗੇ ਲਾਗੇ ਉੱਥੇ ਵਿਚਰ ਰਹੇ ਸੀਗੇ ਜੀ। ਉਹ ਸਾਰੀ ਸੰਗਤ ਵਿੱਚੋਂ ਨਿਕਲ ਕੇ ਨਾ ਇਕੱਲਾ ਹੀ ਪਹਿਲਾਂ ਤੁਰ ਪਿਆ ਜੀ। ਉਹਨੂੰ ਪਤਾ ਲੱਗਾ ਵੀ ਮਹਾਰਾਜ ਇਸ ਪਾਸੇ ਹਨ, ਉਹ ਉਸੇ ਪਾਸੇ ਨੂੰ ਤੁਰ ਪਿਆ। ਕਈਆਂ ਦਾ ਚਾਅ ਬੜਾ ਹੁੰਦਾ ਸੰਗਤ ਦੀ, ਉਹਨਾਂ ਦਾ ਹੁੰਦਾ ਵੀ ਭੱਜ ਕੇ ਜਾ ਕੇ ਆਪਾਂ ਦਰਸ਼ਨ ਕਰ ਲਈਏ। ਹਾਂਜੀ, ਆਮਿਖ ਮਦ ਨਹਿ ਅੰਗੀਕਾਰ। ਹੁਣ ਉਹ ਜਿਹੜਾ ਸਿੱਖ ਹੈ, ਨਾ ਉਹ ਮਾਸ ਖਾਂਦਾ ਤੇ ਨਾ ਸ਼ਰਾਬ ਪੀਂਦਾ ਜੀ। ਬਹੁਤ ਵਧੀਆ ਗੱਲ ਹੈ ਜੀ। ਹਾਂਜੀ, ਧਰੈ ਸੁਮਤ ਪਰਲੋਕ ਸੁਧਾਰੈ। ਬੜਾ ਸਿਆਣਾ, ਨਾਮ ਜਪਦਾ ਤੇ ਆਪਣਾ ਅੱਗਾ ਸਵਾਰ ਰਿਹਾ ਜੀ ਉਹ। ਹਾਂਜੀ, ਸ਼ੀਗਰ ਪਹੁੰਚਿਓ ਧਰੀ ਉਪਾਇਨ। ਛੇਤੀ ਨਾਲ ਪਹੁੰਚਿਆ। ਜੋ ਉਹ ਕਾਂਸ਼ੀ ਤੋਂ ਲੈ ਕੇ ਆਇਆ ਸੀ ਉਹਨੇ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਰੱਖਿਆ ਜੀ। ਹਾਂਜੀ, ਬੰਦਨ ਕੀਨ ਕਮਲ ਸੇ ਪਾਇਨ। ਮਹਾਰਾਜ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ ਉਹਨੇ। ਆਪਾਂ ਵੀ ਟੇਕੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਤਬ ਗੁਰ ਕੀ ਕਰ ਬਾਜ ਬਡੇਰਾ। ਹੁਣ ਗੁਰੂ ਸਾਹਿਬ ਜੀ ਦੇ ਹੱਥ 'ਚ ਉਸ ਸਮੇਂ ਇੱਕ ਵੱਡਾ ਬਾਜ ਸੀਗਾ ਜੀ। ਬਾਜ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਸੀਗਾ ਜੀ। ਹਾਂਜੀ, ਦੁੱਤੇ ਹਾਥ ਸੋ ਗਹੇ ਬਟੇਰਾ। ਤੇ ਇੱਕ ਹੱਥ 'ਚ ਨਾ ਮਹਾਰਾਜ ਨੇ ਬਟੇਰਾ ਫੜਿਆ ਸੀਗਾ। ਧਿਆਨ ਨਾਲ ਸੁਣਿਓ ਹੁਣ ਗੱਲ। ਇੱਕ ਹੱਥ 'ਚ ਬਾਜ ਹੈ, ਇੱਕ ਹੱਥ 'ਚ ਬਟੇਰਾ। ਤਾਂ ਇੰਝ ਲਾਗੇ ਲਾਗੇ ਕੀਤੇ ਮਹਾਰਾਜ ਨੇ। ਉਹਨੇ ਮਹਾਰਾਜ ਦੇ ਚਰਨਾਂ ਤੇ ਸਿਰ ਰੱਖਿਆ ਜੀ, ਕਾਂਸ਼ੀ ਵਾਲੇ ਨੇ। ਹਾਂਜੀ, ਆਮਿਖ ਤਹਾਂ ਖਵਾਵਨ ਕਰੇ। ਹੁਣ ਉਹ ਜਿਹੜਾ ਬਟੇਰਾ ਉਹਦਾ ਮਾਸ ਬਾਜ ਖਾ ਰਿਹਾ ਜੀ। ਹਾਂਜੀ, ਬਾਜ ਖਾ ਰਿਹਾ ਜੀ। ਤੇ ਗੁਰੂ ਸਾਹਿਬ ਛਕਾ ਰਹੇ ਜੀ। ਹਾਂਜੀ, ਦੋਨੋਂ ਕਰ ਸ਼ਰੋਣਤ ਸੋ ਭਰੇ। ਤੇ ਮਹਾਰਾਜ ਦੇ ਹੱਥਾਂ ਨੂੰ ਲਹੂ ਵੀ ਲੱਗਾ ਹੋਇਆ ਜੀ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਹੱਥ ਨੂੰ ਲਹੂ ਵੀ ਲੱਗਾ ਹੋਇਆ ਜੀ, ਖੂਨ ਲੱਗਾ ਹੋਇਆ। ਹਾਂਜੀ, ਹੇਰਤ ਸਿੱਖ ਨੇ ਤਰਕ ਵਿਚਾਰੀ। ਬਸ ਫਿਰ ਉਹ ਚੀਜ਼ ਹੋ ਗਈ ਜੋ ਨਹੀਂ ਸੀ ਹੋਣੀ ਚਾਹੀਦੀ ਜੀ। ਜਿਹੜੇ ਸਾਡੇ ਗਿਆਨੀਆਂ ਨੂੰ ਹੋ ਜਾਂਦੀ ਹੈ। ਆਖੋ ਵਾਹਿਗੁਰੂ। ਤਰਕ ਆ ਗਈ ਜੀ, ਤਰਕ ਆ ਗਈ, ਸੋਚ ਆ ਗਈ ਵੀ ਗੁਰੂ ਸਾਹਿਬ ਇਹ ਕੀ ਕਰ ਰਹੇ ਆ। ਬਾਜ ਵੇਖੋ, ਬਾਜ ਨੂੰ ਬਟੇਰਾ ਖਵਾਉਂਦੇ ਆ। ਹਾਂਜੀ,
ਗਾਦੀ ਸ਼੍ਰੀ ਨਾਨਕ ਕੀ ਭਾਰੀ। ਇਹ ਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਹੈ ਔਰ ਬੜੀ ਵੱਡੀ ਗੱਦੀ ਹੈ। ਹਾਂਜੀ, ਦਇਆ ਬਹੀਨ ਕਰਤ ਇਹ ਕਾਜਾ। ਪਰ ਇਸ ਕੰਮ ਵਿੱਚ ਤਾਂ ਦਇਆ ਨਜ਼ਰ ਨਹੀਂ ਆ ਰਹੀ। ਦਇਆ ਨਜ਼ਰ ਨਹੀਂ ਆ ਰਹੀ। ਵੀ ਵੇਖੋ ਕਿਵੇਂ ਬਾਜ ਜਿਹੜਾ ਉਹ ਬਟੇਰੇ ਨੂੰ ਖਾਣ ਦਿਆ। ਤੇ ਹੁਣ ਪੁੱਛੋ ਵੀ ਬਾਜ ਨੇ ਮੱਕੀ ਦੀ ਰੋਟੀ ਥੋੜੀ ਖਾਣੀ ਹੈ ਜੀ। ਆਖੋ ਵਾਹਿਗੁਰੂ। ਉਹਨੇ ਤੇ ਇਹੋ ਚੀਜ਼ਾਂ ਖਾਣੀਆਂ ਜੀ। 84 ਲੱਖ ਜੂਨ ਹੈ, ਇਹ ਤੇ ਇਹੋ ਕੁਝ ਹੀ ਛਕਦੇ ਆ। ਹਾਂਜੀ, ਜਿਨ ਕੋ ਨਾਮ ਗਰੀਬ ਨਿਵਾਜਾ। ਹੁਣ ਗਰੀਬ ਨਵਾਜ ਨੇ ਮਹਾਰਾਜ, ਤੇ ਗਰੀਬ ਨਵਾਜ ਦੇ ਅੰਦਰ ਤੇ ਦਇਆ ਹੁੰਦੀ ਹੈ, ਪਰ ਮਹਾਰਾਜ ਵਿੱਚ ਦਇਆ ਨਹੀਂ ਨਜ਼ਰ ਆ ਰਹੀ। ਇਹ ਉਹ ਸੋਚ ਰਿਹਾ ਜੀ। ਬੰਦਾ ਨਾ ਜੀ ਬਾਹਰ ਦੀ ਕਿਰਿਆ ਵੇਖ ਕੇ ਬੜੀਆਂ ਸੋਚਾਂ ਬਣਾਉਣ ਲੱਗ ਪੈਂਦਾ ਹੈ, ਪਰ ਵਿਚਲਾ ਭਾਵ ਨਹੀਂ ਵੇਖਦਾ ਜੀ। ਕਈ ਵਾਰੀ ਬਾਹਰੋਂ ਵੇਖ ਕੇ ਸਭ ਗਲਤ ਹੋ ਰਿਹਾ ਜੀ ਸਾਰਾ ਕੁਝ, ਪਰ ਵਿੱਚ ਵੇਖਣਾ ਚਾਹੀਦਾ ਵੀ ਕਾਰਨ ਕੀ ਹੈ, ਕਿਉਂ ਹੋ ਰਿਹਾ। ਜੇ ਗੁਰੂ ਸਾਹਿਬ ਕਰ ਰਹੇ ਆ ਤੇ ਕੋਈ ਕਾਰਨ ਹੈ, ਗਲਤ ਨਹੀਂ ਹੈ। ਹਾਂਜੀ, ਕਾਸ਼ੀ ਤਜ ਕਰ ਦੂਰ ਕਨੇਰੇ। ਉਹ ਕਹਿੰਦਾ ਵੀ ਕਾਸ਼ੀ ਛੱਡ ਕੇ ਇੰਨੀ ਦੂਰ ਆਏ ਆ। ਹਾਂਜੀ, ਆਏ ਇਹਾਂ ਰੀਤ ਅਸਹੇਰੇ। ਪਰ ਇੱਥੇ ਆ ਕੇ ਤੇ ਕੁਝ ਹੋਰ ਹੀ ਵੇਖਿਆ। ਹਾਂਜੀ, ਇਮ ਗਿਣਤੀ ਮਨ ਗਿਣਤ ਮਹਾਨੀ। ਉਹ ਸਾਹਮਣੇ ਖਲੋਤਾ ਸੋਚੀ ਜਾਂਦਿਆ ਜੀ ਵੀ ਲੈ ਮਹਾਰਾਜ ਇਹ ਕੀ ਕਰ ਰਹੇ ਆ। ਹਾਂਜੀ, ਸ਼੍ਰੀ ਗੁਰ ਹਰ ਗੋਬਿੰਦ ਸਭ ਜਾਨੀ। ਆਖੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਜਾਣ ਕੇ ਵੀ ਇਹ ਸੋਚਾਂ ਪੁੱਠੀਆਂ ਸੋਚਣ ਲੱਗ ਪਿਆ। ਹਾਂਜੀ, ਕਿਆ ਚਿਤ ਵਤ ਚਿਤ ਮੈਂ ਬਹੁ ਤਰਕਾ। ਹਾਂਜੀ, ਭੇਵ ਨਾ ਜਾਣ ਸਕੈ ਤੂੰ ਧੁਰ ਕਾ। ਸੱਚੇ ਪਾਤਸ਼ਾਹ ਮਹਾਰਾਜ ਫਿਰ ਉਹਨੂੰ ਕਹਿਣ ਲੱਗੇ। ਮਹਾਰਾਜ ਕਹਿੰਦੇ ਸਿੱਖਾ ਕੀ ਸੋਚੀ ਜਾਨਾ। ਧੁਰ ਦਰਗਾਹ ਤੋਂ ਜੋ ਲਿਖਿਆ ਮਹਾਰਾਜ ਕਹਿੰਦੇ ਤੂੰ ਉਹ ਨਹੀਂ ਜਾਣਦਾ। ਇਹਦਾ ਵਿਚਲਾ ਕਾਰਨ ਨਹੀਂ ਤੂੰ ਜਾਣਦਾ। ਉਤੋਂ ਉਤੋਂ ਵੇਖ ਕੇ ਭਰਮ ਚ ਨਾ ਪੈ। ਹਾਂਜੀ, ਸੁਣਤ ਸਿੱਖ ਗੁਰ ਤੇ ਬਿਸਮਾਇਓ। ਉਹ ਸਿੱਖ ਸੁਣ ਕੇ ਹੈਰਾਨ ਹੋ ਗਿਆ ਵੀ ਮਹਾਰਾਜ ਨੂੰ ਤੇ ਪਤਾ ਲੱਗ ਗਿਆ ਮੇਰੇ ਮਨ ਦੀ ਗੱਲ ਦਾ। ਹਾਂਜੀ, ਹੋਏ ਦੀਨ ਕਰ ਬਿਨੈ ਅਲਾਹਿਓ। ਫਿਰ ਸਾਧ ਸੰਗਤ ਤੋਂ ਨਿਮਰਤਾ ਚ ਆ ਗਿਆ ਜੀ। ਬੜੀ ਨਿਮਰਤਾ ਵਿੱਚ ਆ ਕੇ ਸਤਿਗੁਰੂ ਜੀ ਨੂੰ ਕਹਿਣ ਲੱਗਾ ਕਿਰਪਾ ਨਿਧਾਨ ਆਪ ਸਭ ਜਨ ਹੋ। ਹੇ ਸੱਚੇ ਪਾਤਸ਼ਾਹ ਕਿਰਪਾ ਦੇ ਖਜ਼ਾਨੇ ਮਹਾਰਾਜ, ਤੁਸੀਂ ਫਿਰ ਜਾਣਦੇ ਤਾਂ ਹੈ ਹੀ ਹੋ। ਹਾਂਜੀ, ਘਟ ਘਟ ਕੋ ਬ੍ਰਿਤਾਂਤ ਨਹਿ ਛਨ ਹੋ। ਤੇ ਘਟ ਘਟ ਦੇ ਬ੍ਰਿਤਾਂਤ ਨੂੰ ਤੁਸੀਂ ਜਾਣਦੇ ਹੋ, ਤੁਹਾਡੇ ਤੋਂ ਦੂਰ ਨਹੀਂ ਹੈ, ਛੁਪੀ ਹੋਈ ਗੱਲ ਨਹੀਂ ਹੈ। ਹਾਂਜੀ, ਮੈਂ ਕਿਆ ਕਹੋ ਨਾ ਸਮਰੱਥ ਕੋਈ। ਹਾਂਜੀ, ਵਹਿਰ ਕਿਰਿਆ ਪਿਖ ਸ਼ੰਕਾ ਹੋਈ। ਮੈਂ ਕੀ ਕਹਿ ਸਕਦਾ ਹਾਂ। ਅਸਲ ਵਿੱਚ ਆ ਮੈਂ ਬਾਹਰ ਦੀ ਕਿਰਿਆ ਵੇਖ ਕੇ ਸ਼ੰਕੇ ਵਿੱਚ ਪੈ ਗਿਆ ਹਾਂ ਵੀ ਬਾਜ ਬਟੇਰੇ ਨੂੰ ਖਾ ਰਿਹਾ, ਤੁਸੀਂ ਖਵਾ ਰਹੇ ਹੋ, ਹੱਥ ਆਪ ਜੀ ਦੇ ਖੂਨ ਨਾਲ ਭਿੱਜੇ ਆ। ਹਾਂਜੀ, ਤਬ ਸਤ ਗੁਰ ਤਿਨ ਖਗ ਕੀ ਗਾਥਾ। ਹਾਂਜੀ, ਪ੍ਰਥਮ ਜਨਮ ਕੀ ਕੈ ਸਿੱਖ ਸਾਥਾ। ਆਖੋ ਸਤਨਾਮ। ਜਿੰਨੇ ਬੈਠੇ ਹੋ ਨਾ ਸਾਰੇ ਗੱਜ ਕੇ ਕਹੋ ਸਤਨਾਮ। ਸ਼੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਨੇ ਫਿਰ ਪਿਛਲੇ ਜਨਮਾਂ ਦੀ ਕਥਾ ਦੱਸੀ ਜੀ। ਮਹਾਰਾਜ ਕਹਿੰਦੇ ਕਰਮਾਂ ਦੀ ਖੇਡ ਹੈਗੀ, ਕਰਮਾਂ ਦੀ। ਇਹਨਾਂ ਦੀ ਪਿਛਲੇ ਜਨਮਾਂ ਦੀ ਕਥਾ ਸੁਣ ਲਓ। ਕਹਿਣ ਲੱਗੇ ਪਿਛਲੇ ਜਨਮ ਦੀ ਕਥਾ ਸੁਣ। ਹਾਂਜੀ, ਹੁਤੋ ਬਟੇਰਾ ਕੇਵਟ ਸਰਤਾ। ਆ ਜਿਹੜਾ ਬਟੇਰਾ ਨਾ, ਬਟੇਰਾ ਸਾਡੇ ਹੱਥ 'ਚ, ਸਰੀਰ ਬਟੇਰੇ ਵਾਲਾ ਹੈ, ਪਰ ਇਹਦੇ 'ਚ ਜਿਹੜੀ ਆਤਮਾ, ਮਹਾਰਾਜ ਕਹਿੰਦੇ ਇਹ ਪਿਛਲੇ ਜਨਮ ਵਿੱਚ ਮਲਾਹ ਸੀ। ਮਲਾਹ ਸਮਝਦੇ ਨਾ ਜੀ। ਨਦੀਆਂ ਦੇ ਵਿੱਚ ਜਿਹੜੇ ਬੇੜੀਆਂ ਦੇ ਮਾਲਕ ਹੁੰਦੇ ਤੇ ਬਿਠਾ ਕੇ ਲੋਕਾਂ ਨੂੰ ਪਾਰ ਲਾਉਂਦੇ ਆ। ਹਾਂਜੀ, ਲੇਤ ਮਜ਼ਦੂਰੀ ਪਾਰ ਉਤਰਤਾ। ਮਹਾਰਾਜ ਕਹਿੰਦੇ ਇਹ ਪੈਸੇ ਲੈ ਕੇ, ਮਜ਼ਦੂਰੀ ਲੈ ਕੇ ਬੰਦਿਆਂ ਨੂੰ ਨਦੀ ਦਰਿਆ ਪਾਰ ਕਰਾਉਂਦਾ ਸੀਗਾ। ਹਾਂਜੀ,
ਚਤੁਰਥ ਸ਼੍ਰੀ ਸਤਿਗੁਰ ਕੇ ਤੀਰ, ਹਾਂਜੀ। ਹੁਤੋ ਬਾਜ ਇਹ ਸਿੱਖ ਸਰੀਰ। ਮਹਾਰਾਜ ਕਹਿੰਦੇ ਇਹ ਤੇ ਸੀ ਮਲਾਹ, ਆ ਜਿਹੜਾ ਬਾਜ ਸਾਡੇ ਹੱਥ ਤੇ ਬਹਿੰਦਾ ਹੈ ਨਾ, ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਵੇਲੇ ਦਾ ਸਿੱਖ ਹੀ ਕਹਿਣ ਲੱਗੇ। ਬਾਜ ਵੀ ਐਵੇਂ ਨਹੀਂ ਮਹਾਰਾਜ ਦੇ ਬਣੇ ਦੀ, ਗੁਰੂ ਰਾਮਦਾਸ ਜੀ ਦੇ ਵੇਲੇ ਦਾ ਸਿੱਖ ਮਹਾਰਾਜ ਦੇ ਕੋਲ ਹੀ ਰਹਿੰਦਾ ਹੁੰਦਾ ਸੀ। ਹਾਂਜੀ। ਕਿਸ ਕਾਰਜ ਕੋ ਜਬੈ ਪਠਾਇਓ, ਇਸ ਨੂੰ ਗੁਰੂ ਰਾਮਦਾਸ ਜੀ ਨੇ ਕਿਸੇ ਕੰਮ ਵਾਸਤੇ ਦੂਰ ਭੇਜਿਆ। ਹਾਂਜੀ। ਚਲ ਮਾਰਗ ਇਸਕੇ ਢਿਗ ਆਇਓ, ਦਰਿਆ ਪਾਰ ਕਰਨਾ ਸੀ। ਇਹ ਸਿੱਖ ਫਿਰ ਇਸੇ ਬਟੇਰੇ ਕੋਲ, ਜਦੋਂ ਇਹ ਮਲਾਹ ਸੀ, ਇਹਦੇ ਕੋਲ ਚੱਲ ਕੇ ਆਇਆ। ਹਾਂਜੀ। ਕਹਿਓ ਕਿ ਮੋਕੋ ਪਾਰ ਉਤਾਰ, ਹਾਂਜੀ। ਗੁਰ ਕੋ ਕਾਜ ਕਰਨ ਬਿਨ ਬਾਰ। ਇਹਨੇ ਦੱਸਿਆ, ਭਰਾਵਾ ਮੈਨੂੰ ਗੁਰੂ ਰਾਮਦਾਸ ਜੀ ਨੇ ਕੰਮ ਭੇਜਿਆ ਕਿਸੇ, ਤੇ ਮੈਨੂੰ ਆ ਦਰਿਆ ਪਾਰ ਕਰਾ ਦੇ। ਹਾਂਜੀ। ਚੜ ਬੈਠਿਓ ਤਰਨੀ ਪਰ ਜਬੈ, ਇਹ ਫਿਰ ਸਿੱਖ ਬੇੜੀ ਵਿੱਚ ਬੈਠ ਗਿਆ। ਗੁਰੂ ਹਰਗੋਬਿੰਦ ਸਾਹਿਬ ਸੁਣਾ ਰਹੇ, ਕਾਂਸ਼ੀ ਵਾਲਾ ਸੁਣ ਰਿਹਾ ਜੀ। ਹਾਂਜੀ। ਸਰਤਾ ਬੀਚ ਚਲੀ ਤਰ ਤਬੈ, ਤੇ ਐਨ ਦਰਿਆ ਦੇ ਵਿਚਕਾਰ ਜਦੋਂ ਬੇੜੀ ਪਹੁੰਚ ਗਈ ਨਾ, ਹਾਂਜੀ, ਸਭ ਤੇ ਲਈ ਮਜੂਰੀ ਜਾਚ। ਤੇ ਇਹ ਜਿਹੜਾ ਬਟੇਰਾ ਜਦੋਂ ਮਲਾਹ ਹੁੰਦਾ ਸੀ, ਇਹਨੇ ਸਾਰਿਆਂ ਨੂੰ ਕਿਹਾ ਵੀ ਲਿਆਓ ਪੈਸੇ ਦਿਓ ਵੀ ਭਾਈ। ਹਾਂਜੀ। ਸਿੱਖ ਕੇ ਪਾਸ ਸੋ ਪੈਸੇ ਪਾਂਚ, ਤੇ ਸਾਡੇ ਸਿੱਖ ਕੋਲ 5 ਪੈਸੇ ਹੀ ਸੀਗੇ ਬਸ। ਕਿੰਨੇ ਪੈਸੇ ਸਨ? ਹਾਂਜੀ। ਸੋ ਸਭ ਦੇ ਰਹਿਓ ਨਹਿਲੀਨ, ਇਹਨੇ ਦਿੱਤੇ, ਪਰ ਇਹ ਲਵੇ ਨਾ, ਇਹ ਕਵੇ ਮੈਂ ਨਹੀਂ 5 ਲੈਣੇ, ਮੈਂ ਵੱਧ ਲੈਣੇ ਆ। ਹਾਂਜੀ। ਅਰਿਸ ਧਰ ਅਧਿਕ ਤਾੜਨਾ ਕੀ, ਗੁੱਸੇ ਵਿੱਚ ਆ ਕੇ ਇਹਨੇ ਫਿਰ ਸਾਡੇ ਸਿੱਖ ਨੂੰ ਬੜਾ ਮਾੜਾ ਬੋਲਿਆ, ਬੜੀ ਤਾੜਨਾ ਕੀਤੀ। ਹਾਂਜੀ। ਤੁਰਕ ਜੇ ਜੀਆ ਅਧਿਕ ਲਗਾਇਓ, ਇਹ ਕਹਿੰਦਾ ਵੀ ਤੁਰਕਾਂ ਨੇ ਤੇ ਬੜਾ ਟੈਕਸ ਲਾਇਆ, ਜਜ਼ੀਆ ਲਾਇਆ। ਹਾਂਜੀ। ਇਨ ਤੇ ਚੌਗਣ ਦੇ ਤਾਂ ਜਾਇਓ, ਤੇਰੇ ਕੋਲੋਂ ਤੇ ਤੁਰਕਾਂ ਨੇ ਜਿੰਨਾ ਜਜ਼ੀਆ ਲਾਇਆ ਉਹਦੇ ਤੋਂ ਵੀ 4 ਗੁਣਾ ਵੱਧ ਲੈਣਾ, ਹੁਣ ਵੱਧ ਦੇ। ਹਾਂਜੀ। ਸੁਣ ਸਿੱਖ ਬੇਨਤੀ ਕਰ ਬੋ ਕਹਿਓ, ਮਹਾਰਾਜ ਕਹਿੰਦੇ ਕਾਂਸ਼ੀ ਵਾਲੇ ਸਿੱਖਾ ਸੁਣ ਲਾ, ਸਾਡੇ ਇਸ ਸਿੱਖ ਨੇ ਬੜੀਆਂ ਬੇਨਤੀਆਂ ਕੀਤੀਆਂ ਪਰ ਇਹ ਨਹੀਂ ਮੰਨਿਆ। ਕਹਿੰਦੇ ਹਾਂਜੀ। ਅਬ ਮਮ ਪਾਸ ਨਹੀਂ ਕੁਛ ਰਹਿਓ, ਉਹਨੇ ਕਿਹਾ ਵੀ ਮੈਨੂੰ ਗੁਰੂ ਰਾਮਦਾਸ ਜੀ ਨੇ ਭੇਜਿਆ, 5 ਪੈਸੇ ਨੇ ਮੇਰੇ ਕੋਲ, ਤੇ ਹੁਣ ਤੂੰ ਜਿਵੇਂ ਕਿਵੇਂ ਵੀ ਇਹ ਪੈਸੇ ਰੱਖ ਲਾ, ਹੋਰ ਨਹੀਂ ਕੁਝ ਹੈਗਾ। ਹਾਂਜੀ। ਕਾਰਜ ਗੁਰ ਕੇ ਉਲੰਘਣ ਪਾਰ, ਮੈਂ ਆਪਣੇ ਕੰਮ ਵਾਸਤੇ ਨਹੀਂ ਜਾਣਾ, ਮੈਂ ਗੁਰੂ ਜੀ ਦੇ ਕੰਮ ਵਾਸਤੇ ਦਰਿਆ ਪਾਰ ਕਰਨਾ। ਹੋ ਸਕਦਾ ਬਿਆਸ ਦਰਿਆ ਪਾਰ ਕਰਨਾ ਹੋਵੇ ਜੀ। ਹਾਂਜੀ। ਲੀਜੈ ਇਹ ਨਾ ਕਰੋ ਤਕਰਾਰ, ਪਿਆਰਿਆ ਮੇਰੇ ਨਾਲ ਲੜਨਾ, 5 ਪੈਸੇ ਹਨ, ਆ ਤੂੰ ਰੱਖ ਲਾ। ਹਾਂਜੀ। ਕਹਿ ਬਹੁ ਰਹਿਓ ਨਾ ਮੂਰਖ ਮਾਨੀ, ਪਰ ਗੁਰੂ ਸਾਹਿਬ ਨੂੰ ਕਹਿਣਾ ਪਿਆ ਜੀ। ਫਿਰ ਮਹਾਰਾਜ ਕਹਿੰਦੇ ਇਹਨੇ ਤੇ ਬੜਾ ਕਿਹਾ, ਪਰ ਇਸ ਮੂਰਖ ਨੇ ਮੰਨੀ ਕੋਈ ਨਹੀਂ। ਹਾਂਜੀ। ਲੀਨ ਉਠਾਏ ਗਹਿਓ ਡਿਡ ਪਾਨੀ, ਇਹਨੇ ਫਿਰ ਆਪਣੇ ਹੱਥਾਂ ਨਾਲ ਉਸ ਸਿੱਖ ਨੂੰ ਫੜਿਆ। ਹਾਂਜੀ। ਬਲ ਤੇ ਸਿੱਖ ਕੋ ਦੀਨ ਧਕੇਲਾ, ਤੇ ਬੜੇ ਜ਼ੋਰ ਦੇ ਨਾਲ ਸਿੱਖ ਨੂੰ ਧੱਕਾ ਮਾਰ ਕੇ ਦਰਿਆ 'ਚ ਸੁੱਟ ਦਿੱਤਾ। ਸਾਡੇ ਇਸ ਸਿੱਖ ਨੂੰ ਤਰਨਾ ਨਹੀਂ ਸੀ ਆਉਂਦਾ। ਹਾਂਜੀ। ਹੋਏ ਨਿਰਦੈ ਸਲਿਤਾ ਮਹਿ ਮੇਲਾ, ਨਿਰਦਈ ਹੋ ਕੇ ਇਹਨੇ ਨਹਿਰ ਦੇ ਵਿੱਚ, ਦਰਿਆ ਵਿੱਚ ਸੁੱਟ ਦਿੱਤਾ ਸਾਡੇ ਸਿੱਖ ਨੂੰ। ਹਾਂਜੀ। ਸਹਿਤ ਕ੍ਰੋਧ ਸਿੱਖ ਚਾਹਤ ਐਸੇ, ਹਾਂਜੀ। ਆਮਿਕ ਕਾਟ ਖਾਓ ਇਸ ਜੈਸੇ, ਤੇ ਇਹ ਸਿੱਖ ਫਿਰ ਸਮੇਂ ਦੇ ਨਾਲ ਡੁੱਬ ਗਿਆ, ਇਹਦੀ ਮੌਤ ਹੋਈ। ਆਖੋ ਇਹਦਾ ਮਾਸ ਖਾਧਾ ਫਿਰ ਜਾਨਵਰਾਂ ਨੇ, ਪਰ ਇਹਦੇ ਮਨ 'ਚ ਨਾ ਫੁਰਨਾ ਬਣਦਾ, ਤੇ ਇਹਨੂੰ ਬਾਜ ਦੀ ਜੂਨ ਨਹੀਂ ਸੀ ਲੈਣੀ ਪੈਣੀ। ਇਹਦੇ ਮਨ 'ਚ ਵੀ ਫੁਰਨਾ ਬਣਿਆ ਵੀ ਬਦਲਾ ਲਵਾਂਗਾ, ਤੈਨੂੰ ਵੀ ਵੱਢ ਕੇ ਖਾਵਾਂਗਾ। ਹਾਂਜੀ।
ਗੁਰ ਕੋ ਅਦਬ ਨਾ ਕਰੁਣਾ ਕੀਨ। ਤੂੰ ਗੁਰੂ ਜੀ ਦਾ ਅਦਬ ਨਹੀਂ ਕੀਤਾ, ਥੋੜੀ ਬਹੁਤੀ ਵੀ ਦਇਆ ਨਹੀਂ ਰੱਖੀ। ਹਾਂਜੀ, ਏਮ ਚਿਤਵਤ ਪ੍ਰਾਨਨ ਤਜ ਦੀਨ। ਇਹ ਸੋਚਦਾ ਸੋਚਦਾ ਇਹਦੇ ਪ੍ਰਾਣ ਛੁੱਟ ਗਏ, ਇਹ ਸਰੀਰ ਛੱਡ ਗਿਆ। ਹਾਂਜੀ, ਸਿੱਖ ਨੇ ਦੇਹ ਬਾਜ ਕੋ ਪਾਇਓ। ਤੇ ਹੁਣ ਸਮਾਂ ਆਇਆ ਸਾਡਾ ਉਹ ਸਿੱਖ ਬਾਜ ਬਣਿਆ, ਕਹਿੰਦੇ ਬਾਜ ਦਾ ਸਰੀਰ ਪ੍ਰਾਪਤ ਹੋਇਆ। ਹਾਂਜੀ, ਦੇਵ ਜੋਗ ਤੇ ਹਮ ਕਰ ਆਇਓ। ਇਹਦੀ ਸੇਵਾ ਪਹਿਲੇ ਜਨਮ ਵਿੱਚ ਵੀ ਇਹ ਗੁਰੂ ਘਰ ਦੇ ਵਿੱਚ ਹੀ ਰਿਹਾ, ਅਗਲਾ ਜਨਮ ਮਿਲਿਆ ਤੇ ਤਾਂ ਵੀ ਗੁਰੂ ਘਰ ਦੇ ਵਿੱਚ ਹੀ ਮਿਲਿਆ। ਕਹਿੰਦੇ ਕੁਦਰਤੀ ਇਹ ਸਾਡੇ ਕੋਲ ਆ ਗਿਆ। ਸੰਗਤ ਜੀ ਇੱਥੇ ਇੱਕ ਭਾਵ ਲਿਓ, ਆਪਾਂ ਜਿੰਨੇ ਬੈਠੇ ਆ ਹੱਥ ਜੋੜੋ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਬਲ ਤੇ ਮਹਾਰਾਜ ਸਿੱਖ ਨੂੰ ਮੁਕਤ ਕਰ ਦੇ ਜੀ। ਤੇ ਚਲੋ ਜੇ ਕਰਮਾਂ ਵਸ ਬੰਦੇ ਕੋ ਭਗਤੀ ਨਹੀਂ ਹੁੰਦੀ, ਮੁਕਤੀ ਨਹੀਂ ਮਿਲਦੀ, ਤੇ ਇੱਕ ਗੱਲ ਤੇ ਪੱਕੀ ਹੈ ਨਾ, ਜੇ ਹੁਣ ਗੁਰੂ ਘਰ 'ਚ ਬੈਠੇ ਤੇ ਅਗਲੇ ਜਨਮ 'ਚ ਵੀ ਬੰਦਾ ਗੁਰੂ ਘਰ 'ਚ ਹੀ ਬਵੇਗਾ ਜੀ, ਗੁਰੂ ਜੀ ਦੇ ਚਰਨਾਂ 'ਚ ਹੀ ਰਹੇਗਾ। ਮਹਾਰਾਜ ਕਹਿਣ ਲੱਗੇ ਫਿਰ ਕੁਦਰਤੀ ਇਹ ਸਾਡੇ ਕੋਲ ਆ ਗਿਆ। ਹਾਂਜੀ, ਮਰ ਕੇਵਟ ਇਹ ਭਇਓ ਬਟੇਰਾ। ਮਲਾਹ ਫਿਰ ਜਦੋਂ ਮਰਿਆ ਤੇ ਉਹਨੂੰ ਫਿਰ ਬਟੇਰੇ ਦੀ ਜੂਨ ਮਿਲੀ, ਬਟੇਰੇ ਦੀ। ਹਾਂਜੀ, ਲੈ ਪਲਟਾ ਅਬ ਪੂਰਬ ਕੇਰਾ। ਮਹਾਰਾਜ ਕਹਿੰਦੇ ਹੁਣ ਇਹ ਛਕ ਰਿਹਾ, ਇਹਨੂੰ ਇਹ ਪਿਛਲੇ ਜਨਮਾਂ ਦਾ ਹਿਸਾਬ ਹੀ ਪੂਰਾ ਕਰ ਰਿਹਾ। ਹਾਂਜੀ, ਤਿਆਗ ਦੇਹੰ ਤਨ ਕੋ ਦੋ। ਮਹਾਰਾਜ ਕਹਿੰਦੇ ਤਿਆਗ ਦੇਹੇਂਗੇ ਤਨ ਕੋ ਦੋ। ਹੁਣ ਇਹ ਦੋਵੇਂ ਹੀ ਸਰੀਰ ਛੱਡ ਦੇਣਗੇ। ਹਾਂਜੀ, ਜਨਮ ਧਰਨ ਅਨ ਕਾਜ ਨ ਕੋ। ਪਰ ਕੋਈ ਗੱਲ ਨਹੀਂ, ਬਟੇਰਾ ਵੀ ਸਾਡੇ ਹੱਥ 'ਚ ਹੀ ਹੈ। ਵੇਖੋ ਨਾ, ਬਟੇਰੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ 'ਚ ਸਰੀਰ ਛੱਡਿਆ, ਤੇ ਬਾਜ ਤੇ ਪਹਿਲੇ ਜਨਮਾਂ ਦਾ ਹੀ ਸਿੱਖ ਸੀ। ਮਹਾਰਾਜ ਕਹਿੰਦੇ ਹੁਣ ਦੋਵੇਂ ਸਰੀਰ ਛੱਡਣਗੇ, ਮੁੜ ਜਨਮ ਨਹੀਂ ਹੋਵੇਗਾ। ਹਾਂਜੀ, ਇਮ ਕਹਤੇ ਦੋਨੋਂ ਤਨ ਤਿਆਗਾ। ਲਓ ਜੀ, ਇਹ ਬਚਨ ਕੀਤਾ ਮਹਾਰਾਜ ਨੇ। ਬਟੇਰਾ ਤੇ ਪਹਿਲਾਂ ਹੀ ਖਾਧਾ ਗਿਆ ਸੀਗਾ ਜੀ, ਤੇ ਬਾਜ ਨੇ ਵੀ ਸਹਿਜੇ ਦੇ ਸਰੀਰ ਛੱਡ ਦਿੱਤਾ। ਉਹ ਕਰਮ ਹੀ ਸੀਗਾ ਜੀ, ਬਸ ਉਹ ਕਰਮ ਪੂਰਾ ਹੋਣਾ ਸੀਗਾ ਜੀ। ਬਟੇਰੇ ਨੂੰ ਖਾਣ ਤੋਂ ਬਾਅਦ ਉਹਨੇ ਜਿਉਂਦਾ ਨਹੀਂ ਸੀ ਰਹਿਣਾ ਜੀ, ਉਹ ਕਰਮ ਸੀਗਾ, ਉਹ ਪੂਰਾ ਹੋ ਗਿਆ ਜੀ ਉਹਦਾ ਜੀ। ਹਾਂਜੀ, ਨਭ ਪ੍ਰਕਾਸ਼ ਕੁਛ ਦੀਖਣ ਲੱਗਾ। ਆਕਾਸ਼ ਵਿੱਚ ਪ੍ਰਕਾਸ਼ ਹੋਇਆ, ਕੁਝ ਦਿਸਣ ਲੱਗ ਪਿਆ। ਗੁਰ ਕਰ ਲੱਗੇ ਸੋ ਆਏ ਬਿਮਾਨ। ਵੇਂਦਿਆਂ ਵੇਂਦਿਆਂ ਹੀ ਬਿਬਾਨ ਆਏ ਜੀ। ਹਾਂਜੀ, ਗਏ ਸੁਰਗ ਕੋ ਬਹੁ ਸੁਖ ਠਾਨ। ਤੇ ਦੋਵੇਂ ਹੀ ਫਿਰ ਉਹਨਾਂ ਦੋਵਾਂ ਦੀਆਂ ਰੂਹਾਂ ਸਵਰਗਾਂ 'ਚ ਚਲੇ ਗਈਆਂ ਜੀ। ਹਾਂਜੀ, ਤਬ ਸਿੱਖ ਨੇ ਬੂਝੇ ਕਰ ਜੋਰ। ਹਾਂਜੀ, ਕਸ਼ ਪ੍ਰਕਾਸ਼ ਭਾ ਨਭ ਕੀ ਔਰ। ਉਹ ਸਿੱਖ ਨੇ ਹੱਥ ਜੋੜ ਕੇ ਪੁੱਛਿਆ ਕਾਂਛੀ ਵਾਲੇ ਨੇ ਵੀ ਮਹਾਰਾਜ ਇਹ ਆਕਾਸ਼ 'ਚ ਚਾਨਣ ਜਿਹਾ ਕਾਹਦਾ ਹੋਇਆ। ਹਾਂਜੀ, ਇਨਕੇ ਮਰਤ ਤੁਰਤ ਹੀ ਭਇਓ। ਹਾਂਜੀ, ਪਲਕ ਫੁਰਨ ਮੈਂ ਹਟ ਸਭ ਗਇਓ। ਤੇ ਮਹਾਰਾਜ ਇੱਕਦਮ ਉਹ ਰੌਸ਼ਨੀ ਹੋਈ, ਤੇ ਪਲਕ ਵਿੱਚ ਹੀ ਉਹ ਰੌਸ਼ਨੀ ਫਿਰ ਖਤਮ ਹੋ ਗਈ। ਪਰ ਉਹ ਰੌਸ਼ਨੀ ਇਹਨਾਂ ਦੇ ਖਤਮ ਹੁੰਦਿਆਂ ਸਾਰ ਹੋਈ। ਹਾਂਜੀ, ਸਤਿਗੁਰ ਕਹਿਓ ਸੁਰਗ ਇਹ ਗਏ। ਸੱਚੇ ਪਾਤਸ਼ਾਹ ਕਹਿੰਦੇ ਸੁਣ ਲਾ, ਇਹ ਦੋਵੇਂ ਸਿੱਖ ਜਿਹੜੇ ਸੀ ਹੁਣ ਸਵਰਗ 'ਚ ਚਲੇ ਗਏ ਨੇ। ਹਾਂਜੀ, ਵਿਦਤ ਪ੍ਰਕਾਸ਼ ਬਿਮਾਨਨ ਕੀਏ। ਹਾਂਜੀ, ਸੁਣ ਕਰ ਜੋਰ ਬੰਦਨਾ ਕਰਕੇ। ਹਾਂਜੀ, ਗਇਓ ਸਿੱਖ ਸਭ ਚਲਤ ਨਿਹਰ ਕੇ। ਸੁਣ ਕੇ ਸਿੱਖ ਮੱਥਾ ਟੇਕ ਕੇ ਫਿਰ ਚਲੇ ਗਿਆ। ਆਪਾਂ ਵੀ ਟੇਕੀਏ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਉਹਦੇ ਜਿਹੜਾ ਤਰਕ ਸੀ ਨਾ, ਮਨ 'ਚ ਸ਼ੰਕਾ, ਉਹ ਨਾਸ ਹੋ ਗਿਆ ਵੀ ਇਹ ਤੇ ਆਪਣੇ ਕਰਮ ਹੀ ਭੁਗਤਾਏ ਆ। ਉਹ ਤੇ ਸੋਚਦਾ ਸੀ, ਪਹਿਲਾਂ ਸੋਚਿਆ ਵੀ ਮਹਾਰਾਜ ਵਿੱਚ ਦਇਆ ਨਹੀਂ ਹੈਗੀ, ਕਿਵੇਂ ਵੇਖੋ ਬਟੇਰੇ ਨੂੰ ਮਰਵਾ ਰਹੇ ਆ। ਪਰ ਜਦੋਂ ਪਤਾ ਲੱਗਾ ਤੇ ਹੈਰਾਨ ਹੋਇਆ ਵੀ ਗੁਰੂ ਜੀ ਦੀ ਕਿਰਪਾ ਨਾਲ ਮਹਾਰਾਜ ਨੇ ਦੋਵਾਂ ਨੂੰ ਸਵਰਗ 'ਚ ਘੱਲ ਦਿੱਤਾ ਹੈ। ਸੰਗਤ ਜੀ, ਇੱਕ ਗੱਲ ਚੇਤਾ ਪੱਕੀ ਰੱਖਿਓ,
इस जन्म च कोई सेवा करे, ਇਹਦਾ मतलब पिछले जन्मां ਦਾ ਹੀ ਲੱਗਾ ਹੋਇਆ जी। ਤੇ ਜੇ ਕੋਈ ਕਰਮ ਚੰਗਾ ਬਣ ਗਿਆ, इस जन्म च महाराज ਦੇ ਚਰਨਾਂ ਚ ਆਇਆ जी, ਪਹਿਲੀ ਵਾਰੀ ਆਇਆ जी, तो फिर निश्चिंत हो जाए बंदा, अगला जन्म माड़ी थां ते नहीं मिलेगा, जिथे मिलेगा गुरु जी के चरणों च ही मिलेगा जी। मतलब कहण दा ये है कि आपां इत्थे बैठे हैं ना, नुकसान नहीं हो सकता, फायदा ही फायदा है। हाँ, सानू कुछ समय बाद पता लगता इस गल का। सो सच्चे पातशाह मेहर करन। अगला प्रसंग आपां कल नूं सरवण करांगे। भुल्लां चुक्कां दी खिमा बख्शिश करनी जी। प्यार दे नाल दोवें हथ जोड़ के गज के फतेह बुलाओ जी।